उदों बाद मैं ना हथियार चकदा ना मैं रखदा ना मैं रखूँगा। जे सिक्योरिटी देनी है महाराज PM साहब CM साहब दे दो, नहीं तो जे साडा कोई कतल कराउंदा तो बलकार सिंह सिद्धू या इहदे बंदे या दूजे अतवादी उन्हां दे खिलाफ कार्रवाई की जाए। तो सिक्योरिटी मंगदे हो भी तुहानूं थ्रैट भी आउंदे ने, खतरा MLA साहब कोलों हैगा बलकार सिद्धू कोल जो तुसीं कहदे हो? बिल्कुल हैगा जी, उदों 100% कल्ले बलकार सिद्धू भी ने, बंदियां तो भी है ना जी। देखो ऐ हुंदा ते जिहड़े तिखे हुंदे बंदे उन्हें सीधा तो डायरैक्ट आप तो करूगा नहीं, आके मेरे अटैक करते तो मैं भी कोई ऐसे तुसीं लिखिया चिट्ठी विच भी बलकार सिंह सिद्धू खतरा भगवंत मान चिट्ठी लिखी? बिल्कुल 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 मैं उहदे च लिखिया कि ना ईमेल पाई सी जी इन्हां नूं, उहदे च लिखिया जी। तो जिहड़ी मैं प्राइम मिनिस्टर साहब ने लिखी है उन्होंने मेरे को इंक्वायरी करना उहदे च लिखता जी, इन्ना थ्रैट हैगा मैनूं जी। कल नूं रब ना करे तुहाडे ते अटैक हुंदा है, ਇਹਦਾ ਜ਼ਿੰਮੇਵਾਰ कौन है? बलकार सिंह सिद्धू ते सेंटर एंड पंजाब सरकार जी, क्योंकि होर तुसीं देनी है सिक्योरिटी जी। मेरे को देखो मैं तो है नहीं, मेरे को तो गल है झोली फड़ाने लियाओ जी, साडे इंटरफेयर ना करो जी, साडे धार्मिक अदारे नूं तुसीं माफ़ करो जी। बलकार सिंह सिद्धू तुसीं भी माफ़ करो जी, CM साहब इन्हां ते एक्शन लो जी, प्राइम मिनिस्टर साहब मैं तुहानूं भी लिखूँगा, लिख चुकिया मैं जी। ये गल नहीं, ये तो आम आदमी पार्टी 'च बंदा नहीं होना चाहिए। मान साहब बेनती है इनू परां करो जी, ਤੋਰੋ ਇਹਨੂੰ ਜਿਹਦੇ ਜਿੱਥੇ ਵਿਆਹ ਹੈ ਕੈਨੇਡਾ ਕਨੂਡਾ ਜਾ, ਸਾਡੇ ਦੇਸ਼ ਨੂੰ ਛੱਡੇ, ਇਹ ਸਾਡੇ ਥਾਂ ਨੂੰ ਛੱਡੇ ਜੀ। ਤੇ ਇਹ ਪਾਪੀ ਬੰਦੇ ਨਾਲ ਨਾ ਰੱਖੋ, ਜੇ ਹੈਗਾ ਜੀ ਇਹਨਾਂ 'ਤੇ ਕੇਸ ਕਰੋ ਜੀ। ਉਹ ਮੈਨੂੰ ਥ੍ਰੈਟਨ ਕਰੀ ਜਾਂਦਾ, ਉਹਦੀ ਅਸੀਂ ਫੋਟੋ ਵੀ ਖਿੱਚ ਲਈ ਜੀ, ਸੋਚੋ ਵੀਡੀਓ ਬਣਾ ਲਈ, ਬੰਦੂਕ ਚੱਕੀ ਫਿਰਦਾ 12 ਬੋਰ ਦੀ, ਉਹਦੇ ਖਿਲਾਫ ਕੋਈ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਜੀ। ਤੁਸੀਂ ਗੱਲਾਂ ਕਹਦੇ ਹੋ ਬਲਕਾਰ ਸਿੱਧੂ ਬਾਰੇ ਪੂਰੀ ਜ਼ਿੰਮੇਵਾਰੀ ਨਾਲ ਕਹਦੇ ਹੋ? ਬਿਲਕੁਲ ਜ਼ਿੰਮੇਵਾਰੀ, ਸਵਾਲ ਕੱਲ੍ਹ ਨੂੰ ਤੁਹਾਡੇ 'ਤੇ ਵੀ ਖੜੇ ਹੋਣਗੇ। ਨਾ ਬਿਲਕੁਲ ਜ਼ਿੰਮੇਵਾਰੀ ਕਰਨਾ ਹੈ, ਜਦੋਂ ਮਰਜ਼ੀ ਆਓ ਚਲੋ ਕੋਟੋ ਕੋਟੀ ਹੋ ਜਾਈਏ, ਇਹਦੇ 'ਚ ਕੀ ਗੱਲ ਹੈਗੀ, ਆਓ ਕੋਰਟ ਚਲੀਏ, ਚੱਲ ਕੋਰਟ 'ਚ ਇਹ ਚੱਲੇ ਕੋਰਟ 'ਚ, ਜਿਹੜੇ ਸਾਰੇ ਗਵਾਹ ਵੀ ਆ ਜਾਣਗੇ, ਸਭ ਕੁਝ ਆ ਜਾਊਗਾ ਇਹਦਾ। ਫਿਰ ਬਲਕਾਰ ਸਿੰਘ ਸਿੱਧੂ ਜੋ MLA ਨੇ ਉਹਨਾਂ ਦਾ ਇਸ ਜ਼ਮੀਨ ਨਾਲ ਕੀ ਲੈਣ ਦੇਣ ਹੈ? ਲੈਣ ਦੇਣ ਕੁਝ ਨਹੀਂ ਜੀ, ਨੋਟ ਖਾਣੇ ਸਿੰਪਲ ਹੈਗਾ, ਜਿੰਨੇ ਸਾਰਾ ਠੇਕਾ ਆਉਂਦਾ ਕਿ ਉਹਦੇ 'ਚ ਜਾ ਕੇ ਕਮੇਟੀਆਂ ਬਣਾ ਰੱਖੀਆਂ ਜਾਲੀ ਕਿ ਉਹ ਤੋਂ ਨੋਟ ਖਾਣੇ ਜੀ। ਆਹ ਤੱਕ 12 ਕਿੱਲੇ ਤਾਂ ਇਹਨਾਂ ਨੇ ਵਾਹਤੀ ਜੀ ਸਾਡੇ ਬੰਦਿਆਂ ਨੇ। ਬਲਕਾਰ ਸਿੰਘ ਸਿੱਧੂ ਨੇ 47-48 ਕਿੱਲੇ ਆਪਦੇ ਵੇਚਤੇ ਇਲੈਕਸ਼ਨ ਤੋਂ ਪਹਿਲਾਂ ਇਮੀਡੀਏਟਲੀ ਜੰਡ ਵਾਲੇ ਪਿੰਡ 'ਚ। ਉਹਨੇ ਹੁਣ ਪੈਸੇ ਵੀ ਤਾਂ ਕਿਤੋਂ ਲੈਣੇ ਜੀ, ਜੇ 15-20 ਕਰੋੜ ਦੀ ਜ਼ਮੀਨ ਵੇਚੀ ਹੈ ਤਾਂ ਲਾਏ ਆ, ਇਲੈਕਸ਼ਨ 'ਤੇ ਲਾਏ ਆ ਜੀ, ਹੋਰ ਕਿੱਥੇ ਲਾਏ ਆ? ਇਹ ਗਲਤ ਸਿਲੈਕਸ਼ਨ ਹੋਈ ਹੈ ਜੀ ਮਾਨ ਸਾਹਿਬ ਕੋਲੋਂ, ਆਪਣੇ CM ਸਾਹਿਬ ਕੋਲੋਂ। ਇਹ ਬੰਦਾ ਜੀ ਦੁਸ਼ਟ ਹੈ, ਪਾਪੀ ਬੰਦਾ ਹੈ, ਹਰ ਥਾਂ 'ਤੇ ਇੰਟਰਫੇਅਰ ਕਰ ਰਿਹਾ। ਇਹਦਾ ਮਤਲਬ ਜਾਂ ਤੱਕ ਆਪ ਕਿਸੇ ਦਾ ਜ਼ਮੀਨ ਦਬ ਲਈਏ ਜਾਂ ਜ਼ਮੀਨ ਦਬਵਾ ਦਈਏ ਤੇ ਜਾਂ ਉਹ ਤੋਂ ਪੈਸੇ ਲੈਂਦੇ ਰਹੀਏ, ਇਹਦਾ ਮਕਸਦ ਹੈਗਾ ਜੀ। ਬਲਕਾਰ ਸਿੰਘ ਸਿੱਧੂ ਜੋ ਨੇ MLA ਉਹ ਕਹਿੰਦੇ ਸੀ ਤੁਸੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹੋ, ਜੋ ਆਡੀਓ ਵਿੱਚ ਗੱਲ ਆ ਰਹੀ ਹੈ। ਮੈਨੂੰ ਮਰਵਾਏਗਾ ਤੂੰ? ਮੈਂ ਕਿਹੜੀ ਧਮਕੀ ਦਿੱਤੀ ਹੈ? ਤੂੰ ਮਰਵਾਉਣ ਨੂੰ ਫਿਰਦਾ ਮੈਨੂੰ? ਕਿਹੜੀ ਧਮਕੀ ਦਿੱਤੀ ਹੈ ਜੀ ਮੈਂ? ਉਹ ਵੀ ਦਿੱਤੀ ਆ 15 ਮਿੰਟ ਮਰਵਾਉਣ ਨੂੰ ਫਿਰਦਾ ਦਿੱਤੀ ਹੈ ਜੀ। ਕਿਹੜੀ ਧਮਕੀ? ਮੈਨੂੰ ਮਰਵਾਏਗਾ ਹੈ ਮੈਨੂੰ? ਤੂੰ ਮਰਵਾਏਗਾ ਮੈਨੂੰ? ਉਹ ਕਿਹੜੀ ਗੱਲਾਂ ਕਰੀ ਜਾਂਦਾ ਜੀ ਫਾਲਤੂ? ਤੁਸੀਂ ਇਹਦਾ ਦੋ ਯਾਰ ਬਦਮਾਸ਼ੀ ਕਰ ਰਹੇ ਹੋ। ਤੁਸੀਂ ਕਹਿੰਦੇ ਮਰਵਾਏਗਾ ਮੈਨੂੰ ਹੈ? ਮੈਂ ਕਦੋਂ ਕਿਹਾ ਜੀ? ਆਮ ਆਦਮੀ ਪਾਰਟੀ ਦੀ ਸੱਤਾ ਦੇ ਆਉਣ ਤੋਂ ਬਾਅਦ ਸਭ ਤੋਂ ਅਹਿਮ ਮੁੱਦਾ ਜੋ ਆਇਆ ਸਾਹਮਣੇ ਉਹ ਹੈ ਜ਼ਮੀਨਾਂ, ਜੋ ਪੰਚਾਇਤੀ ਜ਼ਮੀਨਾਂ ਨੇ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਹੈ, ਉਹਨਾਂ ਦੇ ਉੱਤੇ ਮੰਤਰੀ ਸਾਹਿਬ ਖੁਦ ਜਾਂਦੇ ਨੇ ਤੇ ਕਬਜ਼ੇ ਛਡਾਉਂਦੇ ਨੇ। ਹੁਣ ਸਵਾਲ ਆਉਂਦਾ ਕਿ ਸਟੇ ਕੀਤੀਆਂ ਜ਼ਮੀਨਾਂ ਜਾਂ ਜਿਨ੍ਹਾਂ ਦੇ ਹੱਕ ਵਿੱਚ ਕੋਰਟ ਨੇ ਫੈਸਲੇ ਦੇ ਦਿੱਤੇ ਨੇ ਕਿ ਉਹਨਾਂ ਦੀ ਵੀ ਜ਼ਮੀਨਾਂ ਉੱਤੇ ਮੰਤਰੀ ਸਾਹਿਬ ਕਬਜ਼ੇ ਕਰ ਸਕਦੇ ਨੇ। ਇੱਕ ਤਾਂ ਇਹ ਅਹਿਮ ਸਵਾਲ ਹੈ। और दूसरे पास एक ਆਡੀਓ ਵਾਇਰਲ ਹੋਈ ਸੀ ਬਲਕਾਰ ਸਿੰਘ ਸਿੱਧੂ ਜੋ ਕਿ ਇਸ ਸਮੇਂ MLA ਨੇ ਤੇ ਕਲਾਕਾਰ ਵੀ ਨੇ। ਆਡੀਓ ਦੇ ਵਿੱਚ ਈਸ਼ਰ ਸਿੰਘ ਜੋ ਕਿ ਜਿਨ੍ਹਾਂ ਦਾ ਇੱਕ ਡੇਰਾ ਹੈ ਤੇ ਬਲਕਾਰ ਸਿੱਧੂ ਦੇ ਨਾਲ ਗੱਲਬਾਤ ਹੁੰਦੀ ਹੈ, ਗਹਿਮਾ ਗਹਿਮੀ ਹੋ ਜਾਂਦੀ ਹੈ। ਤਾਂ ਉਹੀ ਈਸ਼ਰ ਸਿੰਘ ਸਾਡੇ ਨਾਲ ਨੇ, ਪ੍ਰੈਸ ਕਾਨਫਰੰਸ ਕੀਤੀ ਅੱਜ, ਪ੍ਰੈਸ ਕਲੱਬ ਵਿੱਚ ਆਏ ਨੇ, ਗੱਲਬਾਤ ਰੱਖਣ ਆਏ ਨੇ। ਤੁਹਾਨੂੰ ਇੱਕ ਆਡੀਓ ਸੁਣਾ ਦਿੰਦੇ ਹਾਂ, ਸ਼ਾਇਦ ਤੁਸੀਂ ਆਡੀਓ ਸੁਣੀ ਵੀ ਹੋਏਗੀ, ਇਸ ਆਡੀਓ ਦੀ ਪੁਸ਼ਟੀ ਵੀ ਕਰ ਲੈਂਦੇ ਹਾਂ ਈਸ਼ਰ ਸਿੰਘ ਕੋਲ ਕਿ ਵਾਕਈ ਜੋ ਸਾਹਮਣੇ ਗੱਲਬਾਤ ਕਰਦੇ ਨੇ ਉਹ MLA ਬਲਕਾਰ ਸਿੰਘ ਸਿੱਧੂ ਨੇ। ਤੁਹਾਨੂੰ ਅਸੀਂ ਆਡੀਓ ਸੁਣਾ ਦਿੰਦੇ ਹਾਂ, ਸਾਡੇ ਨਾਲ ਈਸ਼ਰ ਸਿੰਘ ਵੀ ਨੇ। ਕਿਉਂਕਿ ਤੁਸੀਂ ਕਿਹਾ ਮੁੱਦਾ ਮੇਰਾ ਮੁੱਦਾ ਤੁਸੀਂ ਜੀ ਜਾ ਕੇ DSP ਨੂੰ ਤਾਂ SHO ਨੂੰ ਫੋਨ ਲਾਤਾ ਕਿ ਭਾਈ ਇਹ ਕੰਮ ਨਹੀਂ ਕਰਨਾ ਹੈਗਾ। ਮੈਂ ਕਦੋਂ ਲਾਇਆ ਫੋਨ? ਪਿੰਡ ਦਾ ਮਸਲਾ ਜੀ, ਉੱਥੇ ਜਾ ਕੇ ਲੜਾਈ ਹੋ ਜਾਂਦੀ ਸੀ, ਪਿੰਡ ਇਕੱਠ ਹੋਏ। ਮੈਂ ਸਾਡੇ ਨਾਲ ਈਸ਼ਰ ਸਿੰਘ ਮੌਜੂਦ ਨੇ, ਆਪਾਂ ਗੱਲਬਾਤ ਕਰਾਂਗੇ। ਈਸ਼ਰ ਸਿੰਘ ਜੀ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮੈਂ ਸਵਾਲ ਇਹ ਕਿ ਜੋ ਆਡੀਓ ਸੁਣਾਈ ਗਈ ਹੈ ਤੁਸੀਂ ਪੁਸ਼ਟੀ ਕਰਨੇ ਹੋ ਇਹ ਆਡੀਓ ਬਲਕਾਰ ਸਿੰਘ ਸਿੱਧੂ ਜੋ MLA ਨੇ ਤੇ ਤੁਹਾਡੀ ਹੈ? ਬਿਲਕੁਲ 101%। ਹੁਣ ਅਹਿਮ ਸਵਾਲ ਹੈ ਕਿ ਤੁਸੀਂ ਕਹਿ ਕੀ ਰਹੇ ਸੀ? ਉਹ ਤਾਂ कहते ਸੀ ਕਿ ਬਲਕਾਰ ਸਿੰਘ ਸਿੱਧੂ ਜੋ ਨੇ MLA ਉਹ ਕਹਿੰਦੇ ਸੀ ਤੁਸੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹੋ, ਜੋ ਆਡੀਓ ਵਿੱਚ ਗੱਲ ਆ ਰਹੀ ਹੈ। ਦੇਖੋ ਜੀ ਇਦੋਂ ਪਿਛਲੇ ਦਿਨ ਨਾ ਸਾਡੇ ਬੰਦੇ ਇਹਨਾਂ ਨੂੰ ਮਿਲ ਕੇ ਆਏ ਸੀ, ਸੰਤ ਸੀਗੇ ਕੋਈ ਤੇ ਦੂਜੇ ਵੀ ਸੀਗੇ। ਉਹਨਾਂ ਨੂੰ ਕਿਹਾ ਸੀ ਕਿ ਵੀ ਆਹ ਡੇਰੇ 'ਤੇ ਸਾਡੇ ਕਬਜ਼ਾ ਕਰਨ ਨੂੰ ਫਿਰਦੇ ਜ਼ਮੀਨ 'ਤੇ ਹੋਰ
ਤੇ ਤੁਸੀਂ ਇਹਦੇ 'ਚ ਤੁਸੀਂ ਮਤਲਬ ਸਾਡਾ ਸਾਥ ਦਿਓ। ਯਾਨੀ ਅਸੀਂ ਸੁਪਰੀਮ ਕੋਰਟ ਤੋਂ ਅਸੀਂ ਕੇਸ ਜਿੱਤੇ ਹੋਏ ਜੀ 12 ਜਨਵਰੀ 2011 'ਚ। ਇਹਨੂੰ ਮਿਲ ਕੇ ਆਇਆ, ਕਹਿੰਦਾ ਉਹ ਨਹੀਂ ਉੱਥੇ ਕੁਝ ਹੋ ਸਕਦਾ, ਉੱਥੇ ਤਾਂ ਕਿਉਂਕਿ ਇਹਨੂੰ ਖਾਣ ਦਾ ਹੈਗਾ ਜੀ ਆਈਡੀਆ। ਉਹ ਕਹਿੰਦਾ ਕਿ ਉੱਥੇ ਨਹੀਂ ਕੁਝ ਹੋ ਸਕਦਾ, ਉੱਥੇ ਤਾਂ ਭਾਈ ਪਿੰਡ ਵਾਲਿਆਂ ਦਾ ਫਲਾਣਾ ਧਮਕਾਣਾ ਕਰਕੇ ਉਹਨਾਂ ਨੂੰ ਬੇਇੱਜ਼ਤੀ ਕਰਕੇ ਭੇਜਤਾ ਜੀ। ਮੈਂ ਅਗਲੇ ਦਿਨ ਫੋਨ ਲਾਇਆ, ਮੈਂ ਕਿਹਾ ਯਾਰ ਉਹਨਾਂ ਨੂੰ ਸ਼ਾਇਦ ਕਿ ਮੈਂ ਪੜ੍ਹਿਆ ਲਿਖਿਆ ਜੀ ਥੋੜ੍ਹਾ ਜਿਹਾ ਰੱਬ ਦੀ ਕਿਰਪਾ ਨਾਲ, ਅਤੇ ਉਹਨਾਂ ਨੂੰ ਮੈਂ ਕਿਹਾ ਜੀ ਕਿ ਚਲੋ ਮੈਂ ਗੱਲ ਨਿਬੇੜਦਾ ਕਿਸੇ ਤਰ੍ਹਾਂ, ਕਿ ਮੈਂ ਕਿਹਾ ਜੀ ਤੁਹਾਨੂੰ ਮੈਂ ਮਿਲ ਕੇ ਆਪਾਂ ਨਿਬੇੜ ਲੈਂਦੇ ਤਾਂ ਕਿ ਗੱਲ ਵਧੇ ਨਾ ਜੀ। ਇਹ ਪ੍ਰਟੈਂਡ ਕਰਨ ਲੱਗ ਗਿਆ ਜੀ ਕਿ ਜਿਵੇਂ ਕੋਈ ਪਤਾ ਹੀ ਨਹੀਂ ਇਹਨੂੰ ਡੇਰੇ ਦਾ। ਅੱਛਾ ਕਿੰਨੇ 3 ਡੇਰੇ? ਮੁੜ ਕੇ ਬੋਲਣ ਲੱਗਾ, ਜਵਾਬ ਤਾਂ ਇਹਦੇ ਕੋਲ ਹੈ ਨਹੀਂ ਸੀ। ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਕੁਝ ਕੀਤਾ ਨਹੀਂ। ਮੈਂ ਕਿਹਾ ਤੁਸੀਂ DSP ਅਤੇ SP SHO ਨੂੰ ਕੀਤਾ ਕਿ ਭਾਈ ਇਹ ਕੰਮ ਨਹੀਂ ਕਰਨਾ ਹੈਗਾ, ਮਤਲਬ ਕਿ ਡੇਰੇ ਦੇ ਹੱਕ 'ਚ ਨਹੀਂ ਬੋਲਣਾ ਹੈਗਾ। ਅਤੇ ਮੈਂ ਕਿਹਾ ਤੁਸੀਂ ਉਹਦੇ 'ਚ, ਕਹਿੰਦੇ ਮੇਰਾ ਤਾਂ ਕੀ ਲੈਣਾ। ਮੈਂ ਕਿਹਾ ਜੀ ਤੁਸੀਂ ਬੋਲਿਆ, ਤੁਸੀਂ ਇੰਟਰਫੇਅਰ ਤੁਸੀਂ ਕਰ ਰਹੇ ਹੋ, ਅਤੇ ਜਾਂ ਤਾਂ ਤੁਸੀਂ ਦੱਸੋ ਕਿ ਤੁਸੀਂ ਇੰਟਰਫੇਅਰ ਕਰ ਰਹੇ ਹੋ। ਮੈਨੂੰ ਕਹਿੰਦੇ ਤੁਸੀਂ ਕਿਵੇਂ ਪੁੱਛ ਸਕਦੇ ਹੋ ਜੀ ਕਿ ਮੈਨੂੰ ਇੱਕ ਪ੍ਰਸ਼ਨ ਪਾ ਸਕਦੇ। ਮੈਂ ਕਿਹਾ ਜੀ ਮੈਂ ਪੰਜਾਬ ਦਾ ਵੋਟਰ ਹਾਂ, ਮੈਂ ਹਿੰਦੁਸਤਾਨ ਦਾ ਇੱਕ ਨਾਗਰਿਕ ਹਾਂ, ਮੈਂ ਪੁੱਛ ਸਕਦਾ ਜੀ ਤੁਹਾਨੂੰ ਕਿ ਤੁਸੀਂ ਕੀ ਕਰ ਰਹੇ ਹੋ। ਆਹ ਜਿੱਤੇ ਹੋਏ ਆ ਜੀ ਇੱਧਰ ਸਾਰਾ ਕਰਕੇ। ਅਤੇ ਇਹ ਮੈਨੂੰ ਮੁੜ ਕੇ ਜਿਵੇਂ ਕੰਟਰਾਈਵਡ ਅੰਗਰੇਜ਼ੀ 'ਚ ਬੋਲਦੇ ਨੇ, ਮਨ ਘੜੰਤ ਜੀ ਗੱਲ ਕਿ ਤੂੰ ਮੈਨੂੰ ਅੱਛਾ ਹੁਣ ਮਰਵਾਏਗਾ, ਤੂੰ ਮੈਨੂੰ ਹੁਣ ਤੂੰ ਮੈਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ, ਤੂੰ ਮਰਵਾਏਗਾ। ਉਹ ਮੈਂ ਕਿਹਾ ਜੀ ਕੀ ਗੱਲ ਕਰੀ ਜਾਂਦਾ, ਬੇਨਤੀ ਹੈ ਮੇਰੀ, ਤਾਂ ਮੈਂ ਤਾਂ ਤੁਹਾਨੂੰ ਬੇਨਤੀ ਕਰੀ ਜਾਂਦਾ। ਅਤੇ ਹਟਿਆ ਨਹੀਂ, ਕਹਿੰਦਾ ਮੈਂ SSP ਨੂੰ ਦੱਸਦਾ, ਤੂੰ ਮੈਨੂੰ ਇੰਨੇ ਫੋਨ ਕਰਤੇ। ਫੋਨ ਤਾਂ ਕੀ ਇਹਦੇ PA ਨੇ ਕਿਹਾ ਸੀ ਜੀ ਫੋਨ ਕਰ ਲਿਓ ਅਤੇ ਆਪਾਂ ਮਿਲਣ ਦੀ ਕੋਸ਼ਿਸ਼ ਕਰਦੇ ਹੈਗੇ। ਅਤੇ ਫੋਨ ਤਾਂ ਕੀਤੇ ਸੀ। ਮੁੜ ਕੇ ਇਹਨੇ ਮੂੰਹ ਜ਼ਬਾਨੀ ਇਹਨੇ ਕੰਪਲੇਂਟ ਵੀ ਕੀਤੀ, ਉਹਦੇ ਕੋਲ SSP ਦੇ ਆਫਿਸ ਕੀਤੀਆਂ ਕੀ ਕੀਤੀ। ਮੈਂ ਉਹਨਾਂ ਨੂੰ ਆਡੀਓ ਆਪਦੇ ਬੰਦਿਆਂ ਨੂੰ ਕਹਿ ਕੇ ਆਡੀਓ ਭਜਵਾਤੀ। ਉਹ ਫੜੇ ਗਿਆ, ਇਹ ਗਪੜੀਆਂ ਮਾਰੀ ਜਾਂਦਾ ਹੈਗਾ। ਉਹਨਾਂ 'ਤੇ ਕੀ ਸੀ, ਪਰ ਇੱਕਦਮ ਕਿਉਂਕਿ ਫਿਰ ਮੈਨੂੰ ਇੰਨਾ ਮੈਂ ਕਿਹਾ ਯਾਰ ਕਿਤੇ ਦੇਖੋ ਹੈ ਤਾਂ ਸਰਕਾਰ ਦਾ ਨੁਮਾਇੰਦਾ, ਅਤੇ ਇੱਕ ਟਾਈਮ ਪਾਵਰ ਜੀ ਬਣੀ ਹੁੰਦੀ MLA ਹੈਗਾ ਇਹ। ਅਤੇ ਮੈਂ ਕਿਹਾ ਕਿਤੇ ਬੰਦੇ ਕੋਈ ਮਰਵਾ ਦੇ, ਕੁਛ ਹੋਰ ਕਰਾ ਦੇ। ਫਿਰ ਮੈਂ ਉਸ ਟਾਈਮ ਸਾਰੇ ਜਿਹੜਾ ਕੋਈ ਮੇਰੇ ਮਿੱਤਰ ਯਾਰ ਸੀ ਮੈਂ ਉਹਨਾਂ ਨੂੰ ਭੇਜਤੀਆਂ ਸਾਰੀਆਂ, ਉੱਥੋਂ ਵਾਇਰਲ ਹੋ ਗਈ ਜੀ ਇਹ। ਤੁਹਾਨੂੰ ਅਹਿਮ ਸਵਾਲ ਹੈ, ਜੋ ਜ਼ਮੀਨ ਦੀ ਗੱਲ ਹੋ ਰਹੀ ਹੈ, ਤੁਸੀਂ ਬਲਕਾਰ ਸਿੰਘ ਸਿੱਧੂ ਨੂੰ ਕਹਿ ਰਹੇ ਹੋ ਜ਼ਮੀਨ ਨੂੰ ਲੈ ਕੇ, ਉਹ ਜ਼ਮੀਨ ਦਾ ਮਸਲਾ ਕੀ ਹੈ? ਉਹ ਜ਼ਮੀਨ ਕਿਹੜੇ ਪਿੰਡ ਦੀ ਹੈ? ਇਹ ਹੈਗਾ ਜੀ ਸਾਡਾ ਡੇਰਾ ਹੈਗਾ ਜੀ ਨਿਰਮਲ ਸਾਧੂਆਂ ਦਾ ਜਲਾਲ ਪਿੰਡ 'ਚ ਜੀ, ਜੋ ਰਾਮਪੁਰਾ ਫੂਲ ਹਲਕੇ 'ਚ ਪੈਂਦੀ ਹੈ, ਜਿਹਦਾ ਇਹ ਬਲਕਾਰ ਸਿੰਘ ਸਿੱਧੂ ਉਹਦਾ MLA ਹੈਗਾ ਜੀ। ਇਹ ਸਾਨੂੰ 1856 ਮਹਾਰਾਜਾ ਨੇ ਦਿੱਤੀ ਸੀਗੀ ਜੀ, ਮਹਾਰਾਜਾ ਨਾਭਾ ਨੇ, ਭਰਪੂਰ ਸਿੰਘ ਨੇ। ਉਹ ਮੁੜ ਕੇ 1963 'ਚ ਇਹ ਕਲੇਮ ਮਾਰਨ ਲੱਗ ਗਏ SGPC ਅਤੇ ਦੂਜੇ ਕਿ ਜੀ ਇਹ ਸਾਡੀ ਸਿੱਖ ਗੁਰਦੁਆਰਾ ਹੈ। ਉਹਨਾਂ ਜਿੱਥੇ ਵੀ ਮੋਟੀ ਜ਼ਮੀਨ ਦਿੰਦੀ ਸੀ SGPC ਕਲੇਮ ਮਾਰਨ ਲੱਗ ਗਿਆ। ਸਾਰੀ ਥਾਂ 'ਤੇ ਮਾਰੇ ਜਾਣੇ, ਸਾਡੇ ਬਹੁਤ ਡੇਰਿਆਂ ਬਹੁਤ ਤੰਗ ਕੀਤਾ ਇਹਨੇ, ਅਤੇ ਕਲੇਮ ਮਾਰਨ ਲੱਗ ਗਿਆ ਕਿ ਜੀ ਇਹ ਸਾਡਾ ਕੀ ਕਹਿੰਦੇ ਆ ਕਿ ਸਾਡਾ ਡੇਰਾ ਹੈ, ਸਾਡਾ ਸਿੱਖ ਗੁਰਦੁਆਰਾ ਹੈ। ਮੈਂ 12 ਜਨਵਰੀ 2011 'ਚ ਮੈਂ ਜਾ ਕੇ ਜਿੱਤ ਗਿਆ ਕੇਸ ਜੀ। ਉਹਨਾਂ ਨੇ ਸੁਪਰੀਮ ਕੋਰਟ ਨੇ ਡਿਕਲੇਅਰ ਕਰਤਾ ਕਿ ਇਹ ਸਿੱਖ ਗੁਰਦੁਆਰਾ ਨਹੀਂ ਹੈ, ਇਹ ਨਿਰਮਲ ਡੇਰਾ ਹੈ। ਹੁਣ ਅਸੀਂ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਕਿ ਜੇ ਇਹਨੂੰ ਨਾ ਚੜ੍ਹਾਈਏ, ਯਾਨੀ ਕਿ ਗਲਤ ਜਿਹੜਾ ਐਂਟਰੀਆਂ ਕੀਤੀਆਂ ਗਈਆਂ ਉਹ ਗਲਤ, ਸਾਰੀਆਂ ਸਰਕਾਰਾਂ ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਅਕਾਲੀ ਦਲ ਦੀ ਹੋਵੇ, ਸਭ ਗਲਤ ਕਰਦੇ ਆ। ਅਸੀਂ ਸੋਚਿਆ ਜੀ ਕਾਂਗਰਸ ਦੀ ਸਰਕਾਰ ਵਾਹ ਬੱਲੇ ਬੱਲੇ, ਅਸੀਂ ਐਪਲੀਕੇਸ਼ਨ ਸਾਰੇ ਪਾਸੇ ਲਾਤੀਆਂ ਜੀ ਕਿ ਇਹਦੀ ਫਰਦ ਬਦਰ ਕੀਤੀ ਹੈ, ਸਾਡੇ ਨਾਂ ਚੜ੍ਹਾਈਏ। ਕੁਛ ਨਹੀਂ ਹੋ ਰਿਹਾ ਜੀ, ਕੋਈ ਐਵੇਂ ਗੇਮ ਕਰੀ ਜਾਂਦਾ। ਮੁੜ ਕੇ ਸਾਡਾ ਆ ਬੈਠਾ ਮੁੰਡਾ ਜੀ, ਇਹਨੇ 12 ਕਿੱਲੇ ਇੱਧਰਲੀ ਸਾਈਡ, 36 ਕਿੱਲੇ 24 ਕਿੱਲੇ ਦੂਜੀ ਸਾਈਡ ਹੈਗਾ ਜੀ। 12 ਕਿੱਲੇ ਜਦੋਂ ਇਹਨਾਂ ਨੇ ਕਰਨ ਦੀ ਕੀਤੀ ਤਾਂ ਇਹਨਾਂ ਨੇ ਵਾਹਤੀ, ਉੱਤੇ ਆ ਕੇ ਉਹ ਦੂਜੇ ਵਾਹੁਣ ਲੱਗ ਗਏ। 15-16 ਟਰੈਕਟਰ ਲੈ ਕੇ 100-150 ਬੰਦਾ ਆ ਕੇ ਅਤੇ ਉਹਨਾਂ ਨੇ ਵਾਹਤੀ ਜੀ ਉੱਤੇ। ਕੋਈ ਐਕਸ਼ਨ ਨਹੀਂ ਹੋ ਰਿਹਾ ਜੀ ਉਹਨਾਂ ਦੇ। ਦੇਖੋ ਜੀ ਜਦੋਂ ਕੋਈ ਉਹਨਾਂ ਨੇ ਕੇਸ ਨਹੀਂ ਕੀਤਾ। ਜਦੋਂ ਕੋਈ ਤੁਸੀਂ ਰਿਲੀਜੀਅਸ ਕਰੈਕਟਰ ਕਿਸੇ ਦਾ ਬਦਲਦੇ ਹੋ ਜੀ, ਜਿਵੇਂ ਸਾਡੇ ਡੇਰੇ ਨੂੰ ਹੁਣ ਸਿੱਖ ਗੁਰਦੁਆਰਾ ਜਿਵੇਂ ਬਣਾ ਕੇ ਅਤੇ ਜ਼ਮੀਨਾਂ ਦਾ ਕਬਜ਼ਾ ਕਰਨਾ ਹੋਇਆ, ਤਾਂ ਉੱਤੇ ਐਕਟ 42 1991 ਦਾ ਪਾਰਲੀਮੈਂਟ ਦਾ ਐਕਟ ਹੈ ਜੀ, ਉਹ ਲੱਗਦਾ। ਇਟ ਓਵਰਰਾਈਡਸ ਐਵਰੀ ਅਦਰ ਲਾਅ, ਕਿ ਉਹ ਲਾਗੂ ਹੋਊਗਾ ਭਾਈ। ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿੱਤਾ, ਇਹਦੇ 'ਚ ਇੰਟਰਫੇਅਰ ਕਰਦਾ ਸੀ। ਇਹਨੇ ਕਰਤਾ SHO ਤੋਂ DSP ਨੂੰ ਫੋਨ। ਉਹ ਮੈਂ ਕਿਹਾ ਜੀ ਤੁਸੀਂ, ਉਹ ਕਹਿੰਦੇ ਮੇਰਾ ਕੀ ਲੈਣਾ, ਉਹ ਤਾਂ ਗਪੌੜੀਆਂ ਮਾਰੇ ਸੀ, ਮੈਂ ਕੀ ਲੈਣਾ, ਫਲਾਣਾ ਕੀ ਲੈਣਾ। ਉਹ ਮਾਰਿਆ ਸੀ ਗਪੌੜੀਆਂ। ਜਦੋਂ ਪਿਛਲੇ ਦਿਨ ਸਾਡੇ ਬੰਦਿਆਂ ਨੂੰ ਤਾਂ ਲਾਹ ਤਾ ਉਹਨੇ, ਬੇਇੱਜ਼ਤੀ ਕਰਤੀ। ਇਹ ਮੈਨੂੰ ਵੀ ਐਂ ਕਹਿੰਦਾ ਕਿ ਤੇਰੀ ਜ਼ਰੂਰਤ ਇੱਕ ਤਰ੍ਹਾਂ ਦੀ ਕਿਵੇਂ ਹੋ ਗਈ ਕਰਕੇ। ਅਤੇ ਮੈਂ ਤਾਂ ਸਤਿ ਸ੍ਰੀ ਅਕਾਲ ਤੁਰਨ ਲੱਗਿਆ ਸੀ ਕਿ ਸਾਡੀ ਗੱਲ ਮੁਕਾ ਦਈਏ। ਇਹਨੇ ਹੁਣ ਅਸੀਂ ਜਿੱਤਿਆ ਹੋਇਆ ਜੀ। ਇਹਦੇ 'ਚ 3 ਸਾਲ ਦੀ ਬਾਮੁਸ਼ੱਕਤ ਕੈਦ ਹੈ ਜੀ। ਇਹਦੇ 'ਚ ਬਲਕਾਰ ਸਿੱਧੂ ਦਾ ਨਾਂ ਵੀ ਆਉਂਦਾ। ਇਹਦੇ ਨਾਲ ਬੰਦੇ ਹੈਗੇ, ਜਿਹੜਾ ਇੱਕ ਹੈਗਾ ਮਲਕੀਤ ਸਿੰਘ ਕਰਕੇ, ਉਹ ਤੀਰਥ ਸਰ ਕਮੇਟੀ ਬਣਾ ਰੱਖੀ, ਸਿੱਖ ਕਮੇਟੀ। ਇੱਥੇ ਗੁਰਬਚਨ ਸਿੰਘ ਕਰਕੇ ਤਿਰਬਤ ਸਰ ਕਰ ਰੱਖੀ ਕਰਕੇ ਕਮੇਟੀਆਂ ਬਣਾ ਕੇ, ਸਿੱਖ ਝੂਠੀਆਂ ਕਮੇਟੀਆਂ ਬਣਾ ਰੱਖੀਆਂ, ਗੁਰਦੁਆਰਾ ਕਮੇਟੀਆਂ, ਜੋ ਕਿ ਬਣ ਨਹੀਂ ਸਕਦੀਆਂ ਕਿਉਂਕਿ ਡੇਰਾ ਹੈ। ਅਤੇ ਉਹਨਾਂ ਦੇ ਖਿਲਾਫ ਕੋਈ ਪੁਲਿਸ ਨੇ ਐਕਸ਼ਨ ਲਿੱਤਾ। ਮੈਂ ਜਦੋਂ ਬਲਕਾਰ ਸਿੱਧੂ ਨਾਲ ਹੋਈ ਨਾ ਜੀ, ਇਹਨੇ ਮੈਨੂੰ 307 ਦੀ ਧਮਕੀ ਦੇਣ ਲੱਗਾ ਕਿ ਤੂੰ ਐਂ ਧਮਕਾਉਣਾ, ਤੂੰ ਇਹ ਕਰਦਾ। ਕਹਿੰਦਾ ਮੈਂ SSP ਨੂੰ ਦੱਸਦਾ। ਮੈਂ ਲੋਕਾਂ ਨੂੰ ਭੇਜਤੀ, ਬੰਦਿਆਂ ਨੂੰ ਜਿੱਥੇ ਜਾ ਕੇ ਆਪਣਾ ਵਾਇਰਲ ਹੋ ਗਈ ਜੀ। ਅਤੇ ਮੁੜ ਕੇ ਮੈਂ ਕੀ ਸੋਚਿਆ ਕਿ ਮੈਂ ਫਿਰ ਅਗਲੇ ਦਿਨ ਮੈਂ ਕੰਪਲੇਂਟ ਪਾਤੀ ਜੀ CMO ਸਾਹਿਬ ਨੂੰ, CMO ਦੇ ਆਫਿਸ, ਚੀਫ ਮਿਨਿਸਟਰ ਸਾਹਿਬ ਦੇ ਆਫਿਸ। ਉਸ ਦਾ ਅੱਜ ਮੈਂ ਦੇਣ ਗਏ ਸੀ ਜੀ, ਆਹ ਦੇਖੋ ਰਿਮਾਈਂਡਰ ਦੇਣ ਗਏ ਸੀ ਜੀ ਜਾ ਕੇ।
ਮੈਮੋਰੈਂਡਮ ਉਹ ਸਿਰਫ ਇਹ ਸੀ ਕਿ ਜੀ ਤੁਹਾਨੂੰ ਯਾਦ ਕਰਾਉਣਾ ਸੀ ਕਿ ਕੀ ਕੁਛ ਹੋ ਰਿਹਾ, ਤੁਸੀਂ ਥੋੜ੍ਹਾ ਕੰਟਰੋਲ ਕਰੋ, ਹੁਣ ਤੱਕ ਕੀ ਹੋਇਆ। ਤਾਂ ਸਿਰਫ ਅਖੀਰ 'ਚ ਮੰਗਿਆ ਸੀ ਕਿ ਜਦੋਂ ਤੁਹਾਨੂੰ ਸਹੂਲਤ ਹੋਵੇ ਸਾਨੂੰ ਟਾਈਮ ਦੇ ਦਿਓ। ਉਹ ਕਹਿੰਦੇ ਯਾਰ ਜਿਹੜਾ ਅਸੀਂ ਉੱਥੇ ਗਏ ਹਾਂ CM ਦਾ ਸਭ ਉੱਥੇ CM ਰੈਜ਼ੀਡੈਂਸ, ਉਹ ਕਹਿੰਦੇ ਅੱਜ ਤੱਕ ਕੋਈ ਨਹੀਂ ਇੱਥੇ, ਕਹਿੰਦਾ ਕੋਈ। ਮੈਂ ਕਿਹਾ ਯਾਰ ਕੋਈ ਤਾਂ ਹੋਊ, ਕਹਿੰਦਾ ਕੋਈ ਨਹੀਂ। ਮੈਂ ਕਿਹਾ ਜੀ ਤੁਸੀਂ ਕਿਸੇ ਕਿ ਛੋਟੇ ਮੋਟੇ ਕੋਈ OSD ਹੈ ਨਹੀਂ ਤਾਂ PA ਹੋਊਗਾ, ਕਿਸੇ ਨੂੰ ਕੋਈ ਚਪੜਾਸੀ ਕਿਸੇ ਨੂੰ ਤਾਂ ਦੇ ਦੀ, ਛੋਟਾ ਮੋਟਾ ਕੋਈ ਅਫਸਰ ਹੋਊਗਾ। ਮੈਂ ਕਿਹਾ ਤੁਸੀਂ ਆਪਦੇ ਅਫਸਰਾਂ ਨਾਲ ਗੱਲ ਕਰਾ ਦਿਓ, ਨਾ ਤਾਂ ਇਹਨਾਂ ਨੇ ਅਫਸਰਾਂ ਨਾਲ ਗੱਲ ਕਰਾਈ ਜੀ। ਇੱਕ ਛੋਟੇ ਜਿਹੇ ਇੰਸਪੈਕਟਰ ਨੇ ਸਾਨੂੰ ਤੁਰਦਾ ਕਰਤਾ ਜੀ। ਮੈਂ ਇੱਕ ਮਹਾਮਲੇਸ਼ਵਰ ਹਾਂ ਜੀ, ਉਹਨੂੰ ਦੀਂਦਾ ਵੀ ਸੀ, ਪੜ੍ਹਿਆ ਵੀ, ਉਹਨੂੰ ਮੈਂ ਆਪਦਾ ਦਿੱਤਾ ਕੀ ਕਹਿੰਦੇ ਹੁੰਦੇ ਆ ਕਾਰਡ ਵੀ ਦਿੱਤਾ, ਸਾਰਾ ਕੁਝ ਉਹਨੂੰ ਦਿਖ ਰਿਹਾ ਸੀ ਜੀ। ਉਹਨੂੰ ਕੋਈ ਇੱਜ਼ਤ ਮਾਣ ਉਹਦੇ ਮਨ 'ਚ ਨਹੀਂ ਸੀ, ਉਹਨੂੰ ਤਨਖਾਹ ਮਿਲੀ ਜਾਂਦੀ ਹੈ ਜੀ। ਇਹੋ ਜਿਹੇ ਬੰਦੇ ਇਹਨਾਂ ਨੇ ਰੱਖੇ ਸੀ ਸਰਕਾਰ, ਸਾਨੂੰ ਉੱਥੋਂ ਮੋੜਤਾ ਜੀ। ਮੇਰਾ ਇੱਕ ਪ੍ਰਸ਼ਨ ਤੁਹਾਡੇ ਤੋਂ ਪੁੱਛਣਾ ਜੀ ਸਰਦਾਰ ਸਾਹਿਬ, ਕੋਈ ਵੀ ਤਖਤ ਦਾ ਜਥੇਦਾਰ ਨੇ ਖੜੇ ਕਰਕੇ ਦਿਖਾ ਦੇਣ ਉੱਥੇ CM ਦੇ ਆਫਿਸ 'ਚ, ਇਹਨਾਂ ਦੀ ਮੋਕ ਲੱਗ ਜੂ, ਅਗਲੇ ਦਿਨ ਸਾਰਾ ਇੱਥੇ ਪੰਜਾਬ ਜਲ ਜੂ ਕਿ ਤੁਸੀਂ ਖੜਾ ਗਏ ਲਾਈਨ 'ਚ ਲਾ ਕੇ ਰੱਖਦਾ, ਮੈਨੂੰ ਖੜਾ ਕਰਤਾ ਜੀ। ਜਿਹੜਾ ਸਾਡਾ ਮਹਾਮਲੇਸ਼ਵਰ ਦਾ ਅਹੁਦਾ ਜੀ, ਇਹ ਇਹਨਾਂ ਦਾ ਸਮਾਂ ਬੈਟਰ ਹੀ ਹੈ ਇੱਕ ਤਰ੍ਹਾਂ ਦਾ। ਅਸੀਂ ਸਾਧੂ ਸੰਤਾਂ ਦਾ ਹੁੰਦਾ ਜੀ, ਸਭ ਨਾਲੋਂ ਵੱਡਾ ਅਹੁਦਾ ਹੁੰਦਾ ਜੀ। ਤਾਂ ਤਖਤਾਂ ਦੇ ਜਥੇਦਾਰਾਂ ਤੋਂ ਜਦੋਂ ਮਰਜ਼ੀ ਉਹਨਾਂ ਦਾ ਪੋਲੀਟੀਕਲ ਜਿਹੜੇ ਆਕਾ ਹੈਗਾ ਹਟਾ ਸਕਦੇ, ਜਿਹੜੇ ਬਾਦਲ ਹੈਗੇ ਜਦੋਂ ਮਰਜ਼ੀ ਹਟਾ ਸਕਦੇ ਆ ਜੀ। ਇਹ ਤਨਖਾਹ ਲੈਂਦੇ ਆ ਜੀ, ਇਹ SGPC ਦੇ EMPLOYE ਹੈ ਜੀ, ਅਸੀਂ ਨਹੀਂ ਹੈਗੇ ਜੀ, ਅਸੀਂ ਤਾਂ ਇੰਡੀਪੈਂਡੈਂਟ ਆ ਜੀ। ਸਾਡੇ ਜੇ ਸ਼੍ਰੀ 108 ਮਹਾਮਲੇਸ਼ਵਰ ਨਿਰਮਲਾ ਪੰਚਾਇਤੀ ਅਖਾੜਾ ਡਾਕਟਰ ਸਵਾਮੀ ਈਸ਼ਵਰ ਦਾਸ ਲਿਖਿਆ ਹੋਇਆ ਹੈ, ਤਾਂ ਮੇਰੇ ਮਰੇ 'ਤੇ ਵੀ ਇਹੀ ਲਿਖਿਆ ਜਾਊਗਾ ਜੀ। ਹੁਣ ਅਹਿਮ ਸਵਾਲ ਹੈ ਕਿ ਕੋਰਟ ਤੁਸੀਂ ਗਏ, ਕੋਰਟ ਨੇ ਤੁਹਾਡੇ ਹੱਕ ਵਿੱਚ ਫੈਸਲਾ ਸੁਣਾਇਆ, ਜੇ ਹੱਕ 'ਚ ਸੁਣਾਇਆ ਉਸਦੇ ਕਾਗਜ਼ ਕਿੱਥੇ ਨੇ? ਆਹ ਪਏ ਜੀ ਕਾਗਜ਼, ਸਾਰੇ ਦਿਓ ਕਾਗਜ਼ ਨਾਲ ਲਾਏ ਹੋਏ ਜੀ ਸਾਰੇ। ਸੁਪਰੀਮ ਯਾਰ ਇਹਨੂੰ ਛੱਡੋ, ਆਹ ਦੇਖੋ ਆਹ ਜਿੱਤੇ ਹੋਏ ਦੇ, ਆਹ ਦੇਖੋ ਜੀ, ਆਹ ਸੁਪਰੀਮ ਕੋਰਟ ਦੀ ਜਜਮੈਂਟ ਦਿੱਤੀ ਹੋਈ ਹੈ ਕਿ ਸਿੱਖ ਗੁਰਦੁਆਰਾ ਹੈ ਨਹੀਂ ਗਾ ਜੀ, ਠੀਕ ਹੈ ਜੀ। ਬਾਕੀ ਕਾਗਜ਼ ਵੀ ਮੈਂ ਤੁਹਾਡੇ ਜਿਹੜੇ ਫੁੱਲ ਜਜਮੈਂਟ ਜਿਹੜੀ ਹੈਗੀ ਆ ਉਹਦੇ ਵੀ ਐਂਡ 'ਚ ਲਿਖਿਆ ਹੋਇਆ ਜੀ, ਇਹਦੇ ਸਾਰਾ ਡਿਟੇਲ ਲਿਖਿਆ ਜੀ ਕਿ 1856 ਦੇ ਯਾਨੀ ਕਿ ਇਹਨਾਂ ਨੇ ਮਲਕੀਅਤ ਵੀ ਅਨਾਊਂਸ ਕਰਤੀ ਸੁਪਰੀਮ ਕੋਰਟ ਨੇ ਕਿ ਮਲਕੀਅਤ ਸਾਡੀ ਹੈ। ਯਾਦ ਦੇਖੋ ਕਰਕੇ ਐਂਡ 'ਚ ਫਿਰ ਇਹਨਾਂ ਨੇ ਲਿਖਿਆ ਜੀ, ਉਹ ਤਾਂ ਕੋਰਟ ਮਾਸਟਰ ਦਾ ਸੀਗਾ, ਆਹ ਜਜਮੈਂਟ ਹੈਗੀ ਜੀ ਫੁੱਲ। ਜੇ ਤੁਸੀਂ ਕਹਿੰਦੇ ਮੈਂ ਪੜ੍ਹ ਦਿੰਦਾ ਜੀ, ਅਤੇ ਇਹਦੇ 'ਚ ਮਤਲਬ ਐਨਕ ਜੀ ਲਾਉਣੀ ਪੈਣੀ ਜੀ 1 ਮਿੰਟ 1 ਸਕਿੰਟ ਵਾਸਤੇ, ਕਿਉਂਕਿ ਇਹ ਜਿਹੜਾ ਇਹਦੇ ਲੜੇ ਜੀ ਇਹ ਅਸੀਂ 63 ਤੋਂ ਲੈ ਕੇ ਯਾਨੀ ਕਿ 37 ਉਹ ਤਾਂ ਤਕਰੀਬਨ 50 ਸਾਲ ਲੜੇ ਕੇ ਜਿੱਤ ਕੇ ਆਏ ਜੀ। ਕਹਿੰਦਾ ਆਹ ਦੇਖੋ, as the declaration made by the tribunal that the institution in question is a Sikh Gurdwara is also set aside, ਕਿ ਭਾਈ ਸਿੱਖ ਗੁਰਦੁਆਰਾ ਹੈ ਨਹੀਂ, ਇਹਨੂੰ ਪਰਾਂ ਕਰਤਾ, ਰੱਦ ਕਰਤਾ ਤੇ ਸਾਡੇ ਹੱਕ 'ਚ ਕਰਤਾ ਜੀ ਇਹਨਾਂ ਨੇ। ਹੁਣ ਇਹ ਸਵਾਲ ਹੈ ਕਿ ਤੁਸੀਂ ਕਹਿ ਰਹੇ ਹੋ 36 ਏਕੜ ਜ਼ਮੀਨ, 36 ਏਕੜ ਜ਼ਮੀਨ ਹੈ, ਫਿਰ ਬਲਕਾਰ ਸਿੰਘ ਸਿੱਧੂ ਜੋ MLA ਨੇ ਉਹਨਾਂ ਦਾ ਇਸ ਜ਼ਮੀਨ ਨਾਲ ਕੀ ਲੈਣ ਦੇਣ ਹੈ? ਤੁਸੀਂ ਫੋਨ ਕਰਨੇ ਹੋ, ਤੁਸੀਂ ਕਹਿ ਦਿਓ ਵੀ ਤੁਹਾਡੇ ਨਾਲ ਗੱਲਬਾਤ ਹੋਣੀ ਹੈ, ਤੁਸੀਂ DSP ਨੂੰ SSP ਨੂੰ ਫੋਨ ਕਰ ਦਿਓ, ਉਹਨਾਂ ਦਾ ਤੁਹਾਡੇ ਡੇ ਦੇ ਨਾਲ ਕੀ ਲੈਣ ਦੇਣ ਹੈ? ਲੈਣ ਦੇਣ ਕੁਝ ਨਹੀਂ ਜੀ, ਨੋਟ ਖਾਣੇ ਸਿੰਪਲ ਹੈਗਾ। ਜਿੰਨੇ ਸਾਡਾ ਠੇਕਾ ਆਉਂਦਾ ਕਿ ਉਹਦੇ 'ਚ ਜਾ ਕੇ ਕਮੇਟੀਆਂ ਬਣਾ ਰੱਖੀਆਂ ਜਾਲੀ, ਕਿ ਉਹ ਤੋਂ ਨੋਟ ਖਾਣੇ ਜੀ। ਆਹ ਤੱਕ 12 ਕਿੱਲੇ ਤਾਂ ਇਹਨਾਂ ਨੇ ਵਾਹਤੀ ਜੀ ਸਾਡੇ ਬੰਦਿਆਂ ਨੇ, 3 ਸਾਲਾਂ ਪਹਿਲਾਂ ਜਗਦੇਵ ਸਿੰਘ ਨੇ ਵਾਹੀ, ਸਾਡੇ ਬੰਦੇ ਆਹ ਨਾਲ ਲੈ ਕੇ ਆਏ ਜੀ, ਇਹਨਾਂ ਨੇ ਵਾਹਤੀ, ਇਹਦੇ ਉੱਤੇ ਉਹਨਾਂ ਨੇ ਵਾਹਤੀ। ਉਹਨੂੰ ਐ ਸੀ ਕਿ ਇਹਦੇ ਇੱਕ ਜਾਂ ਤਾਂ ਹਿੱਸਾ ਲਈਏ ਜਾਂ ਵੱਡਾ ਹਿੱਸਾ ਲਈਏ। ਦੇਖੋ ਜੀ, ਬਲਕਾਰ ਸਿੰਘ ਸਿੱਧੂ ਨੇ 47-48 ਕਿੱਲੇ ਆਪਦੇ ਵੇਚਤੇ ਇਲੈਕਸ਼ਨ ਤੋਂ ਪਹਿਲਾਂ ਇਮੀਡੀਏਟਲੀ ਜੰਡ ਵਾਲੇ ਪਿੰਡ 'ਚ। ਉਹਨੇ ਹੁਣ ਪੈਸੇ ਵੀ ਤਾਂ ਕਿਤੋਂ ਲੈਣੇ ਜੀ, ਜੇ 15-20 ਕਰੋੜ ਦੀ ਜ਼ਮੀਨ ਵੇਚੀ ਹੈ ਤਾਂ ਲਾਏ ਆ, ਇਲੈਕਸ਼ਨ 'ਤੇ ਲਾਏ ਆ ਜੀ, ਹੋਰ ਕਿੱਥੇ ਲਾਏ ਆ? ਇਹ ਗਲਤ ਸਿਲੈਕਸ਼ਨ ਹੋਈ ਹੈ ਜੀ ਮਾਨ ਸਾਹਿਬ ਕੋਲੋਂ, ਆਪਣੇ CM ਸਾਹਿਬ ਕੋਲੋਂ। ਇਹ ਬੰਦਾ ਜੀ ਦੁਸ਼ਟ ਹੈ, ਪਾਪੀ ਬੰਦਾ ਹੈ, ਹਰ ਥਾਂ 'ਤੇ ਇੰਟਰਫੇਅਰ ਕਰ ਰਿਹਾ। ਇਹਦਾ ਮਤਲਬ ਜਾਂ ਤੱਕ ਕਿਸੇ ਤਰ੍ਹਾਂ ਜ਼ਮੀਨ ਦਬ ਲਈਏ ਜਾਂ ਜ਼ਮੀਨ ਦਬਵਾ ਦਈਏ ਅਤੇ ਜਾਂ ਉਹ ਤੋਂ ਪੈਸੇ ਲੈਂਦੇ ਰਹੀਏ। ਇਹਦਾ ਮਕਸਦ ਹੈਗਾ ਜੀ, ਪੈਸੇ ਖਾਣ ਦੀ ਹੈਗੀ ਹੈ ਜੀ, ਜ਼ਮੀਨਾਂ ਦੱਬਣ ਦੀ ਹੈਗੀ ਹੈ, ਹੋਰ ਕੁਝ ਨਹੀਂ ਹੈਗਾ। ਇਹਦੇ ਮਨ 'ਚ ਪਾਪ ਹੈ ਜੀ। ਹੁਣ ਜਿਵੇਂ ਆਡੀਓ ਵਾਇਰਲ ਹੋਈ ਹੈ, ਜੋ ਤੁਸੀਂ ਪੁਸ਼ਟੀ ਕਰ ਰਹੇ ਹੋ ਵੀ ਤੁਹਾਡੀ ਗੱਲਬਾਤ ਹੋਈ ਹੈ MLA ਸਾਹਿਬ ਦੇ ਨਾਲ, ਉਹ ਤਾਂ ਕਹਿ ਦਿੰਦੇ ਵੀ ਹੁਣ ਆਡੀਓ ਵੀ ਲੋਕ ਸੁਣ ਲੈਣਗੇ ਅਖੀਰ ਵਿੱਚ, ਉਸ ਵਿੱਚ ਤਾਂ ਕਹਿ ਦੇਣ ਕਿ ਬਲਕਾਰ ਸਿੱਧੂ ਤੁਸੀਂ ਫੋਨ ਕੀਤੇ ਨੇ, 15-16 ਫੋਨ ਕੀਤੇ ਨੇ, 2 ਦਿਨ ਤੋਂ ਫੋਨ ਕਰ ਰਹੇ ਹੈਗੇ ਹੋ, ਧਮਕੀਆਂ ਦੇ ਰਹੇ ਹੋ, ਜਾਂ ਬਲਕਾਰ ਸਿੱਧੂ ਵੀ ਕਹਿ ਦੇਣ ਕਿ ਤੂੰ ਮੈਨੂੰ ਧਮਕੀ ਦੇਣਾ ਮਾਰਨ ਦੀ। ਫਿਰ ਵਾਕਈ ਕੋਈ ਇਹੋ ਜਿਹੀ ਗੱਲ ਹੋਈ ਸੀ ਕਿ ਝੂਠ ਬੋਲਦੇ ਨੇ ਹੋ? ਨਹੀਂ, ਪਤਾ ਕੀ ਗੱਲ ਹੋਈ ਸੀ, ਮੈਂ ਉਦੋਂ ਪਿਛਲੇ ਦਿਨ ਜਦੋਂ ਫੋਨ ਕੀਤਾ PA ਨੂੰ, PA ਕਹਿੰਦਾ, ਮੈਂ ਕਿਹਾ ਯਾਰ ਜਾਂ ਤਾਂ ਗੱਲ ਕਰਾ ਦਿਓ, ਅਤੇ ਇਹ ਕਹਿੰਦਾ ਜੀ ਹਾਲੇ ਤਾਂ ਕੰਮ ਮਤਲਬ ਸੁੱਤੇ ਪਏ ਹੈ, ਉੱਠ ਕੇ ਆ ਰਹੇ ਆ। ਅਤੇ ਉਹ ਕਹਿੰਦਾ ਤੁਸੀਂ ਬਾਅਦ 'ਚ ਟਰਾਈ ਕਰ ਲਿਓ, ਕਹਿੰਦਾ ਹੁਣ 10 ਵਜੇ ਉੱਥੇ ਜਾਣਾ, ਕੋਈ ਪਿੰਡ ਜਾਣਾ ਸੀਗਾ ਜੀ। ਮੈਂ ਕਿਹਾ ਚੰਗਾ। ਅਤੇ ਉਹ ਉਦੋਂ ਪਹਿਲਾਂ ਕੀ ਗੱਲ ਹੋਈ ਕਿ ਜਦੋਂ ਗੱਲ ਨਹੀਂ ਕਰਾ ਰਿਹਾ ਸੀ PA ਪਹਿਲੇ, ਕਹਿੰਦਾ ਜੀ ਤੁਸੀਂ ਮੈਨੂੰ ਮੁੱਦਾ ਦੱਸ ਦਿਓ। ਮੈਂ ਕਿਹਾ ਜੀ ਮੁੱਦਾ ਹੈ, ਕਹਿੰਦਾ ਜੀ ਉਹਦਾ ਨਹੀਂ ਕੁਛ ਹੋ ਸਕਦਾ, ਉਹ ਤਾਂ ਬਾਈ ਨੇ ਕਹਿ ਤਾ ਕਿ ਨਹੀਂ ਹੁੰਦਾ। ਅਤੇ ਮੈਂ ਕਿਹਾ ਚੰਗਾ, ਫਿਰ ਮੇਰਾ ਮੈਸੇਜ ਲਾ ਦਿਓ ਜੀ, ਜਾਂ ਤਾਂ ਮੇਰੇ ਨਾਲ ਗੱਲ ਕਰ ਲੈਣ, ਨਹੀਂ ਤਾਂ ਮੈਂ ਇਹਨੂੰ ਬਾਈ ਨੇ, ਮੈਂ ਕਿਹਾ ਜੀ ਇਹਨੂੰ ਮੈਂ ਸੁਪਰੀਮ ਕੋਰਟ ਲੈ ਕੇ ਜਾਊਂਗਾ ਬਲਕਾਰ ਸਿੱਧੂ। ਉਦੋਂ ਬਾਅਦ ਮੈਂ ਦਿਨ ਨੂੰ ਟਰਾਈ ਕਰਦਾ ਰਿਹਾ ਜੀ, ਮੈਨੂੰ ਇਹਨੇ ਕਿਹਾ ਜੀ ਚੰਗਾ ਤੁਸੀਂ ਕੋਈ ਗੱਲ ਨਹੀਂ ਫਿਰ ਟਰਾਈ ਕਰ ਲਿਓ। PA ਨੂੰ ਸਮਝ ਆ ਗਈ ਕਿ ਬਈ ਗੰਭੀਰ ਮੁੱਦਾ ਹੈ।
ਉਹ ਕਹਿੰਦੇ ਚੰਗਾ ਜੀ ਤੁਸੀਂ ਟਰਾਈ ਕਰ ਲਿਓ 12 ਕੁ ਵਜੇ। ਮੈਂ 12 ਕੁ ਵਜੇ ਟਰਾਈ ਕੀਤੀ, ਨਹੀਂ ਚੱਕਿਆ, 2-3 ਉਦੋਂ ਮਾਰੇ, ਫਿਰ 4 ਕੁ ਵਜੇ ਮਾਰੇ, ਫਿਰ ਨਹੀਂ ਚੱਕਿਆ। ਫਿਰ ਮੈਂ ਪੀਏ ਨਾਲ ਗੱਲ ਹੋਈ, ਉਹ ਕਹਿੰਦਾ ਜੀ ਤੁਸੀਂ ਰਾਤ ਨੂੰ ਕਰ ਲਿਓ ਜੀ 9 ਵਜੇ। ਮੈਂ ਕਿਹਾ ਚੱਲ ਰਾਤ ਨੂੰ ਕੀ ਕਰਨਾ, ਮੈਂ ਅਗਲੇ ਦਿਨ ਕੀਤੀ। ਫਿਰ ਉਨੀ ਦੇਰ 8-10 ਫੋਨ ਤਾਂ ਹੋ ਹੀ ਗਏ ਸੀ ਜੀ। ਅਤੇ ਮੈਂ ਤਾਂ ਪੀਏ ਦੇ ਕਿਤੇ ਕਹੇ 'ਤੇ ਫੋਨ ਕਰ ਰਿਹਾ ਸੀਗਾ। ਤਾਂ ਉਸ ਦਿਨ ਤਾਂ ਮੈਂ ਬੋਲੇ, ਤੁਸੀਂ ਸੁਣ ਰਹੇ ਹੋਵੋਗੇ, ਮੈਂ ਤਾਂ ਕਿਹਾ ਜੀ ਤੁਹਾਨੂੰ ਮਿਲ ਕੇ ਗੱਲ ਨਿਬੇੜ ਦਿੰਦੇ ਜੀ ਕੋਈ ਕਿਸੇ ਤਰ੍ਹਾਂ। ਇਹਨੇ ਹੁਣ ਜਿਹੜੀ ਝੂਠ ਪਟਾਂਗ ਜੀ ਮਾਰ ਕੇ, ਕਿਉਂਕਿ ਮਨ 'ਚ ਉਹੀ ਹੈ ਜੀ, ਇਹ ਬਿਰਤੀ ਇਹਦੀ ਕ੍ਰਿਮੀਨਲ ਹੈਗੀ ਹੈ ਜੀ। ਗਾਣ ਵਜਾਉਣ ਲੱਗ ਗਿਆ, ਹੁਣ ਇਹਦੇ ਕੋਲ 7-8 ਕਿੱਲੇ ਸੀਗੇ ਜੀ ਸਿਰਫ ਗਾਣ ਵਜਾਉਣ ਦੇ ਥਰੂ ਬਣਾਇਆ ਕਿ ਹਥਿਆਰ ਸਪਲਾਈ ਕਰਕੇ ਬਣਾਇਆ, ਰੱਬ ਜਾਣੇ ਜੀ। ਉਹਦਾ ਇਨਵੈਸਟੀਗੇਸ਼ਨ ਦਾ ਮਸਲਾ ਹੈਗਾ ਜੀ। ਜਿਹੜਾ ਨਾਲ ਦਾ ਇਹਦਾ ਅੱਤਵਾਦੀ ਜਾਂ ਬੂਟਾ ਸਿੰਘ ਜਿਹੜਾ ਆੜ੍ਹਤੀ ਹੈਗਾ, ਉਹਦੇ ਕੋਲ 1 ਅਰਬ ਦੀ ਜਾਇਦਾਦ ਕਿਵੇਂ ਆ ਗਈ, 3.5 ਏਕੜ ਦਾ ਮਾਲਿਕ ਹੋਵੇ ਜੀ, ਮੈਨੂੰ ਦੇ ਦਿਓ ਤਾਂ ਆਪਾਂ ਜਾਣਾ ਕਿਵੇਂ ਬਣਦੀ, ਆਪਾਂ ਨੂੰ ਪਤਾ ਕਿ ਕਿੱਲੇ ਦੇ ਕਿੰਨਾ ਕੁ ਨਿਕਲਦਾ ਹੈਗਾ ਜੀ। ਅਤੇ ਇਹਦਾ ਜਿਹੜਾ ਇਰਾਦਾ ਹੀ ਗਲਤ ਹੈ। ਇਹ ਤਾਂ ਆਮ ਆਦਮੀ ਪਾਰਟੀ 'ਚ ਬੰਦਾ ਨਹੀਂ ਹੋਣਾ ਚਾਹੀਦਾ। ਮਾਨ ਸਾਹਿਬ ਬੇਨਤੀ ਹੈ, ਇਹਨੂੰ ਪਰਾਂ ਕਰੋ ਜੀ, ਤੋਰੋ ਇਹਨੂੰ, ਜਿੱਥੇ ਵਿਆਹ ਹੈ ਕੈਨੇਡਾ ਕਨੂਡਾ ਜਾਂ ਸਾਡੇ ਦੇਸ਼ ਨੂੰ ਛੱਡੇ, ਇਹ ਸਾਡੇ ਥਾਂ ਨੂੰ ਛੱਡੇ ਜੀ। ਅਤੇ ਇਹ ਪਾਪੀ ਬੰਦੇ ਨਾਲ ਨਾ ਰੱਖੋ। ਜੇ ਹੈਗਾ ਜੀ ਇਹਨਾਂ 'ਤੇ ਕੇਸ ਕਰੋ ਜੀ। ਇਹਨਾਂ ਤੇ 420 ਦਾ ਕੇਸ ਕਿਉਂ ਨਹੀਂ ਕਰਦੇ ਜੀ ਸਰਕਾਰ? ਜੇ ਤੁਸੀਂ ਗੱਲਾਂ ਕਹਿ ਰਹੇ ਹੋ ਬਲਕਾਰ ਸਿੱਧੂ ਬਾਰੇ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ, ਬਿਲਕੁਲ ਸਵਾਲ ਕੱਲ੍ਹ ਨੂੰ ਤੁਹਾਡੇ 'ਤੇ ਵੀ ਖੜੇ ਹੋਣਗੇ। ਨਾ ਬਿਲਕੁਲ ਜ਼ਿੰਮੇਵਾਰੀ ਕਰਨਾ, ਜਦੋਂ ਮਰਜ਼ੀ ਆਓ, ਚਲੋ ਕੋਟੋ ਕੋਟੀ ਹੋ ਜਾਈਏ, ਇਹਦੇ 'ਚ ਕੀ ਗੱਲ ਹੈਗੀ? ਆਓ ਕੋਰਟ ਚਲੀਏ, ਚੱਲ ਕੋਰਟ 'ਚ, ਇਹ ਚੱਲੇ ਕੋਰਟ 'ਚ, ਜਿਹੜੇ ਸਾਰੇ ਗਵਾਹ ਵੀ ਆ ਜਾਣਗੇ, ਸਭ ਕੁਛ ਆ ਜਾਊਗਾ ਇਹਦਾ। ਇਹ ਚੀਜ਼ ਨਹੀਂ ਹੈਗੀ ਹੈ। ਮੈਂ ਤਾਂ ਬੇਨਤੀ ਹਲੇ ਵੀ ਕਰਦਾ, ਇੱਦਾਂ ਕਿਸੇ ਨੇ ਮੇਰੇ ਨਾਲ ਸੁਲ੍ਹਾ ਕਰਾਉਣ ਦੀ ਵੀ ਕੀਤੀ ਬਲਕਾਰ ਸਿੰਘ ਦੀ। ਮੈਂ ਕਿਹਾ ਭਾਈ, ਮੈਂ ਅਸੀਂ ਤਾਂ ਸੰਤ ਬੰਦੇ ਯਾਰ, ਸਾਡੀ ਕਾਹਦੀ ਗਰਮੀ ਹੈ, ਸਾਡੇ ਗੱਲ 'ਚ ਨਾ ਇੱਥੇ ਆਏ ਨਾ ਇੰਟਰਫੇਅਰ ਕਰੇ। ਉੱਥੋਂ ਕੋਈ ਜਵਾਬ ਨਹੀਂ ਹੈ। ਇੰਨਾ ਇਹ ਆਕੜਿਆ ਹੋਇਆ ਹੈ, ਇਹਦੇ ਘਮੰਡ ਇੰਨਾ ਇਹਦੇ 'ਚ ਕਿ ਮੁੜ ਕੇ ਕੋਈ ਕਿਸੇ ਗੱਲ 'ਤੇ ਵੀ ਨਹੀਂ ਆਇਆ। ਇਹ ਜਿਹੜੀ ਤੁਸੀਂ ਕਹਿੰਦੇ ਬਿਲਕੁਲ ਜਿੱਥੇ ਮਰਜ਼ੀ ਆ ਜਾਏ ਜੀ, ਉਵੇਂ ਚੱਲਾਂਗੇ। ਮੇਰੇ ਕੋਲ ਕੋਈ ਹਥਿਆਰ ਨਹੀਂ ਜੀ, ਮੇਰੇ ਕੋਲ ਕੁਛ ਨਹੀਂ ਹੈਗਾ। ਮੈਨੂੰ ਜਿਹੜੀ ਜਾਨ ਮਾਲ ਦੀਆਂ ਧਮਕੀਆਂ ਇਹਦੇ ਬਲਕਾਰ ਸਿੰਘ ਤੋਂ ਜਾਂ ਇਹਦੇ ਬੰਦਿਆਂ ਤੋਂ, ਜਾਂ ਮੈਨੂੰ ਹੋਰ ਡੇਰੇ ਮੇਰਾ ਹੈਗਾ ਪਟਿਆਲੇ ਜੀ, ਉੱਥੋਂ ਥ੍ਰੈਟ ਮਿਲਦਾ, ਜਾਂ ਮੇਰੇ ਪਿੰਡ ਤੋਂ ਮਿਲੀ ਜਾਂਦੇ ਲੰਬੀ ਤੋਂ ਹੀ। ਕੌਣ ਦੇ ਥ੍ਰੈਟ? ਉਹ ਅੱਤਵਾਦੀ ਜੇ ਜੀ, ਜਾਂ ਹਾਰਡ। ਦੇਖੋ ਮਹਿੰਗੀਆਂ ਜ਼ਮੀਨਾਂ, ਅਸਲੀ ਤਾਂ ਹੈਗਾ ਜ਼ਮੀਨਾਂ ਦਾ ਤਲਕਾ। ਜਿਹੜਾ ਪਟਿਆਲੇ ਹੈਗੀ ਉਹ ਤਾਂ 500 ਕਰੋੜ ਦੀ ਹੈ ਜੀ, 12 ਕਿੱਲੇ ਬੱਸ ਸਟੈਂਡ ਦੇ ਆਪੋਜ਼ਿਟ। ਉਹ ਤਾਂ ਜਣਾ ਖਣਾ ਦੇਈ ਬੈਠਾ, ਧਮਕੀਆਂ ਅੰਦਰ ਵੜੀ ਜਾਂਦੇ ਜੀ ਬੰਦੇ। ਮੈਂ ਮਸਾਂ ਰੋਕਦਾ, ਕੱਲ੍ਹ ਪਰਸੋਂ ਪਤਾ ਲੱਗਾ, ਕਹਿੰਦਾ ਜੀ ਕਿਸੇ ਨੇ ਫੋਨ ਕੀਤਾ, ਕਹਿੰਦਾ ਸਵਾਮੀ ਜੀ ਉਹ ਬਣਾਈ ਜਾਂਦਾ ਕੁਛ। ਮੈਂ ਕਿਹਾ ਯਾਰ ਜਾਂ ਤਾਂ ਮੈਨੂੰ ਵੀਡੀਓ ਖਿੱਚ ਕੇ ਦਿਓ ਕਿ ਕੀ ਕਰੀ ਜਾਂਦੇ ਹੈਗੇ। ਉਹ ਕਰ ਜਾਂ ਵੇਚੀ ਜਾਂਦੇ ਜੀ। ਸੋਚੋ ਵਿੱਚ ਹੀ ਸਾਡੇ ਨਾਂ ਬੋਲਦੀ ਹੈ ਡੇਰੇ ਦੇ, ਉੱਥੇ ਸੁਪਰੀਮ ਕੋਰਟ ਤੋਂ 5ਵੇਂ ਨੰਬਰ 'ਤੇ ਲੱਗੀ ਹੈ ਜੀ। ਪਟਿਆਲੇ ਵਾਲੇ ਡੇਰੇ ਦੀ ਗੱਲ ਕਰਦਾ, ਜਲਾਲਾ ਤਾਂ ਅਸੀਂ ਜਿੱਤ ਹੀ ਆਏ ਜੀ। ਇਹਦਾ ਤਾਂ ਕਰੈਕਟਰ ਬਦਲਣ ਦੇ 3 ਸਾਲ। ਜੇ ਤੁਸੀਂ ਜਲਾਲਾ ਵਾਲੀ ਗੱਲ ਕਰਦਾ, ਜੇ ਤੁਸੀਂ ਕਨਵਰਟ ਕਰਦੇ ਆ ਤਾਂ ਤੁਹਾਨੂੰ ਜੀ 3 ਸਾਲ ਬਾਮਸ਼ੱਕਤ ਕੈਦ ਆ, ਜਿਹਦੇ 'ਚ ਬਲਕਾਰ ਸਿੰਘ ਸਿੱਧੂ ਵੀ ਆਊਗਾ। ਹੋ ਸਕਦਾ ਮੈਂ ਇਹਦਾ ਨਾਂ ਵੀ ਪਾਵਾਂ। ਮੈਂ ਆਪਦੇ ਵਕੀਲ ਨਾਲ ਗੱਲ ਕਰ ਰਿਹਾ, ਉਹ ਹਲੇ ਥੋੜ੍ਹੀ ਜਿਹੀ ਉਹ ਕਹਿੰਦਾ ਸੀ ਮੈਨੂੰ ਕਾਗਜ਼ ਲੈ ਕੇ ਦਿਓ। ਅਸੀਂ ਕਾਗਜ਼ਾਂ ਕਰਨ ਰੁਕੇ ਬੈਠੇ। ਜਦੋਂ ਕਾਗਜ਼ ਦੇਖੋ, ਕਾਗਜ਼ਾਂ ਇਹ ਸਬਮਿਟ ਕੀਤੇ ਇਹਨਾਂ ਨੇ, 77% ਕਮੇਟੀ ਅਤੇ ਫਲਾਣੀ ਕਮੇਟੀ। ਜਦੋਂ ਅਸੀਂ ਕਾਗਜ਼ RTI ਪਾ ਕੇ ਕਾਗਜ਼ ਕਢਾਵਾਂਗੇ, ਜੋ ਕੁਛ ਇਹਨਾਂ ਨੇ ਉਹ ਕਢਾਵਾਂਗੇ ਜੀ, ਮੁੜ ਕੇ ਇਹਨਾਂ ਦੇ ਕੇਸ ਲਾਵਾਂਗੇ ਜੀ। ਜੋ ਇੱਕ 26 ਕਿੱਲੇ, ਇੱਕ 12 ਕਿੱਲੇ, 24 ਕਿੱਲੇ ਦਾ ਕੇਸ, 24 ਕਿੱਲੇ ਤੇ 12.5, 24 ਕਿੱਲੇ ਵਾਲੀ ਜੋ ਜ਼ਮੀਨ ਉਸ ਦਾ ਕੇਸ ਜਿੱਤੇ ਹੋਏ ਤੁਸੀਂ? 24 ਨਹੀਂ, 36 ਦੇ 36 ਕਿੱਲੇ, 36.5 ਕਿੱਲੇ ਦਾ ਸਾਰੀ ਤੁਸੀਂ ਜ਼ਮੀਨ ਦੇ ਕੇਸ ਜਿੱਤੇ ਹੋਏ? ਬਿਲਕੁਲ ਜੀ। ਜਦੋਂ ਜ਼ਮੀਨ 36.5 ਕਿੱਲੇ ਮਿਲੀ ਸੀ, ਅੱਧੇ ਤੇ ਤਾਂ ਜਿੱਤ ਨਹੀਂ ਸਕਦੇ। ਪੂਰਾ ਕੇਸ ਹੀ ਜਿੱਤਾਂਗੇ, ਯਾਨੀ ਕਿ ਅੱਧੀ ਮਤਲਬ ਕੀ ਕਹਿੰਦੇ ਹੁੰਦੇ ਆ ਰੋਟੀ। ਜ਼ਮੀਨ ਕਿੰਨੇ ਪੈਸੇ ਦੀ ਹੈ? ਕਿੰਨੇ ਕਰੋੜਾਂ ਰੁਪਏ ਦੀ ਜ਼ਮੀਨ ਹੈ? 36 ਕਿੱਲੇ ਜੋ ਕਹਿੰਦੇ 50 ਕਰੋੜ ਦੀ। ਜੇ ਸੜਕ ਵਾਲਾ ਕਿੱਲੇ ਆ ਬੈਠੇ ਹੀ ਪਿੰਡ ਵਾਲੇ ਬੰਦੇ, 50 ਦੀ ਹੋਊਗੀ। 50 ਕਰੋੜ ਦੀ। ਟੋਟਲ ਕਿੰਨੇ ਪੈਸੇ? 50 ਕਰੋੜ ਜੀ। ਟੋਟਲ 50 ਕਰੋੜ। ਹਾਂ, ਪਤਾ ਕੀ ਹੈ ਜੀ, 12 ਜਿਹੜੇ 12.5 ਕਿੱਲੇ ਸੜਕ 'ਤੇ ਹੈ ਜੀ। ਉਹਦੀ ਕੀਮਤ 3 ਕਰੋੜ ਦੀ ਹੋਣੀ ਹੈ ਮੇਰੇ ਕੋਲ ਕਿੱਲਾ। ਆ ਦੇਖੋ ਜੀ, ਆ ਬੈਠੇ ਕਿ ਇਹਨਾਂ ਦੇ ਘਰ ਵੀ ਹੈਗਾ। ਤਾਂ ਟੋਟਲ ਜਦੋਂ ਆਪਾਂ 24 ਕਿੱਲੇ ਉੱਧਰ ਗਿੱਲੀ, ਉਹ ਤਾਂ ਘੱਟ ਆ। ਚਲੋ ਇਸ ਪੂਰਾ ਗਿਣ ਕੇ 50 ਕਰੋੜ ਦੀ ਥਾਂ ਜੀ। ਲਾਲਚ ਹੈ ਲੋਕਾਂ ਨੂੰ, ਲਾਲਚ ਹੈ ਕਿ ਅੱਜ ਕੱਲ੍ਹ ਬਣਾ ਕੇ ਕੁਛ ਉਹ ਕਰ ਲਾਂਗੇ, ਹੋਰ ਕੁਛ ਕਰ ਲਾਂਗੇ, ਵੇਚ ਦਾਂਗੇ। ਇੱਕ ਵਾਰੀ ਸਾਧ ਨੂੰ ਬਣਨ ਦੀ ਹੈ। ਮੈਨੂੰ ਸਾਰੇ ਐਂ ਮਾਰਨ ਨੂੰ ਫਿਰਦੇ ਨੇ ਜੀ। ਜਿਹੜੇ ਬੰਦੇ ਨੂੰ ਦੇਖੋ ਸਾਹਮਣੇ, ਹੁਣ ਅੱਜ ਕੱਲ੍ਹ ਫੋਨ ਵਾਲੀ ਤਾਂ ਦੇਖੋ ਬਲਕਾਰ ਸਿੰਘ ਸਿੱਧੂ ਦਾ ਫੜਿਆ ਗਿਆ, ਇਹਨੇ ਕੁਛ ਖਾਧੀ ਪੀਤੀ ਸੀਗੀ ਤਾਂ ਕਰਕੇ ਇਹਨਾਂ ਕੁਛ ਬੋਲ ਗਿਆ ਜਾਂ ਭੂਸਰ ਗਿਆ। ਅਤੇ ਉਹ ਜਿਹੜੇ ਦੂਜੇ ਬੰਦੇ ਉਹਨਾਂ ਨੇ ਥ੍ਰੈਟ ਭੇਜਣੀ ਤਾਂ ਬੰਦਿਆਂ ਦੇ ਥਰੂ ਭੇਜਦੇ ਜੀ ਅੱਗੋਂ ਕਿ ਦੇਖੀ ਕਹਿੰਦੀ ਸਾਧ ਨੂੰ ਚੱਕ ਦਾਂਗੇ, ਇਹਨੂੰ ਨਹੀਂ ਵੜਨਾ, ਵੜਿਆ ਸੀ ਤਾਂ ਮਾਰ ਦਾਂਗੇ। ਹਰ ਪਾਸੋਂ ਮਿਲਦੀ। ਇਕੱਲੀ ਮੈਂ ਜਲਾਲ ਦੀ ਗੱਲ ਨਹੀਂ ਕਰ ਰਿਹਾ, ਮੇਰਾ ਪਟਿਆਲੇ ਵੀ ਜਿਹੜਾ ਜੀ ਉੱਥੋਂ ਹੀ ਥ੍ਰੈਟ ਮਿਲਦੀ ਹੈ। ਮੇਰਾ ਪਿੰਡ ਦੀ ਜਿਹੜੀ ਤਸਵੀਰ, ਮੇਰੀ ਥਾਂ ਨੂੰ ਮਤਲਬ ਮੈਂ ਦੂਰ ਬੈਠਾ ਜੀ, ਮੈਂ ਮਹਾਨ ਮਲੇਸ਼ਵਰ ਹਾਂ ਜੀ, ਮੈਂ ਸੰਤਾਂ ਦੇ ਕਾਰਜ 'ਤੇ ਲੱਗਿਆ ਹੋਇਆ। ਉੱਥੇ ਮੇਰੀ ਜ਼ਮੀਨ ਦਿੱਤਾ ਬਣਾ ਕੇ ਮੈਂ 506 ਦਾ ਮੈਂ FIR ਕਰਤੀ ਜੀ, ਉਹਦੇ ਬਾਰੇ ਕੁਛ ਨਹੀਂ ਹੋ ਰਿਹਾ ਜੀ। ਉਹ ਮੈਨੂੰ ਥ੍ਰੈਟਨ ਕਰੀ ਜਾਂਦਾ। ਉਹਦੀ ਅਸੀਂ ਫੋਟੋ ਵੀ ਖਿੱਚ ਲਈ ਜੀ। ਸੋਚੋ, ਵੀਡੀਓ ਬਣਾ ਲਈ, ਬੰਦੂਕ ਚੱਕੀ ਫਿਰਦਾ 12 ਬੋਰ ਦੀ। ਉਹਦੇ ਖਿਲਾਫ ਕੋਈ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਜੀ। ਅਤੇ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਲਿਖਤਾ। ਮੈਂ ਕਿਹਾ ਜੀ ਮੈਨੂੰ ਕੁਛ ਨਾ ਕੁਛ ਮੇਰੀ ਸਿਕਿਉਰਿਟੀ ਦਾ ਖਿਆਲ ਰੱਖਿਆ ਜਾਏ। ਜੇ ਤੋਰਤਾ ਚੀਫ ਮਿਨਿਸਟਰ ਸਾਹਿਬ ਨੂੰ ਵੀ ਲਿਖਤਾ। ਹੁਣ ਕੋਰਟ ਵਿੱਚ ਜਾਓਗੇ, ਜੋ ਧਮਕੀਆਂ ਆ ਰਹੀਆਂ ਨੇ, ਤੁਹਾਨੂੰ ਕੋਈ ਵੀ ਧਮਕੀਆਂ ਦੇ ਰਿਹਾ, ਕੋਰਟ ਵਿੱਚ ਜਾਓਗੇ, ਕੀ ਕਦੋਗੇ ਅੱਗੇ? ਦੇਖੋ ਜੀ, ਪਹਿਲੇ ਤਾਂ ਮੇਰੀ ਹਮਦਰਦੀ ਹੈਗੀ ਹੈ ਮਾਨ ਸਾਹਿਬ ਨਾਲ। ਚੀਫ ਮਿਨਿਸਟਰ ਮਾਨ ਸਾਹਿਬ ਨੂੰ, ਭਗਵੰਤ ਸਿੰਘ ਮਾਨ ਹੋਰਾਂ ਨੂੰ ਮੈਂ ਮੌਕਾ ਦੇਵਾਂਗਾ, ਇਹਨਾਂ ਦੀ ਸਰਕਾਰ ਨੂੰ ਮੌਕਾ ਦੇਵਾਂਗਾ ਜੀ।
ਇਹਨਾਂ ਦੇ ਅਫਸਰਾਂ ਨੂੰ ਮੌਕਾ ਦੇਵਾਂਗਾ ਕਿ ਭਾਈ ਇਹ ਕੁਛ ਟਾਈਮ ਦੇਖ ਲਓ 2 ਹਫ਼ਤੇ ਹੋ ਸਕਦੇ, ਮਹੀਨਾ ਹੋ ਸਕਦਾ, ਕਿ ਦੇਖੂੰਗਾ ਮੈਂ ਕੀ ਕਰਦੇ ਹੈਗੇ। ਫਿਰ ਅਸੀਂ ਕੋਰਟ 'ਚ ਜਾਣਾ ਹੀ ਹੈ ਜੀ। ਉਹ ਜਾ ਕੇ ਜੇ ਹੋਰ ਤਰ੍ਹਾਂ ਦੇਖੋ, ਮੈਂ ਨਹੀਂ ਲਪੇਟਣਾ ਚਾਹੁੰਦਾ ਕਿਸੇ ਅਫਸਰ ਨੂੰ, ਮੇਰਾ ਕੋਈ ਇਰਾਦਾ ਨਹੀਂ ਬਲਕਾਰ ਸਿੰਘ ਸਿੱਧੂ ਨੂੰ ਵਿੱਚ ਪਾਵਾਂ। ਬਲਕਾਰ ਸਿੰਘ ਸਿੱਧੂ ਸਾਡੇ ਗੱਲਾਂ ਇੱਥੋਂ ਪਰਾਂ ਹੋ ਜਾਏ, ਅੰਦਰ ਖਾਤੋਂ ਹਟਦਾ ਨਹੀਂ ਨਾ ਜੀ। ਇਹਦੇ 'ਚ ਆਮ ਆਦਮੀ ਪਾਰਟੀ ਦੇ ਵੀ ਬੰਦੇ ਵੀ ਹੈਗੇ ਜਿਹੜੇ ਅੰਦਰੋਂ ਸ਼ਹਿ ਜੀ ਦਿੰਦੇ ਹੈਗੇ, ਜਾਂ ਤਾਂ ਪਰਾਂ ਹੋ ਜਾਏ ਸਾਡੇ ਤੋਂ, ਤਾਂ ਨਹੀਂ ਤਾਂ ਫਿਰ ਇਹਦੇ ਵੀ ਉਹੀ ਦੋਸ਼ ਲੱਗਦਾ ਜੀ 1991 ਐਕਟ 42 ਕਿ ਸਾਡੀ ਧਾਰਮਿਕ ਸਥਾਨ ਨੂੰ ਇਹ ਮੁੜ ਕੇ ਜਿਹੜਾ ਡੇਰਾ ਡਿਕਲੇਅਰ ਕੀਤਾ ਹੋਇਆ ਸੁਪਰੀਮ ਕੋਰਟ ਨੇ, ਉਹਨੂੰ ਸਿੱਖ ਗੁਰਦੁਆਰਾ ਬਣਾਉਣ ਨੂੰ ਫਿਰਦਾ। ਇਸ ਕਰਕੇ 3 ਸਾਲ ਦੀ ਬਾਮੁਸ਼ੱਕਤ ਕਹਿ ਇਹਨੂੰ ਵੀ ਹੋਣੀ ਚਾਹੀਦੀ ਹੈ। ਅਤੇ ਮੈਂ ਕੇਸ ਪੱਕਾ ਲਾਊਂਗਾ ਸਾਰਿਆਂ ਦੇ ਖਿਲਾਫ, ਇਕੱਲੇ ਇਹਦੀ ਨਹੀਂ, ਬਾਕੀ ਜਿਹੜੀ ਕੋਈ ਬਦਮਾਸ਼ੀ ਕਰਦਾ, ਕੋਈ ਅਫਸਰ ਵੀ ਹੋਵੇ, ਉਹਨਾਂ ਨੂੰ ਮੁਸਤੈਦ ਰਹਿਣਾ ਜਾਂ ਤਾਂ ਸਾਡਾ ਸਾਥ ਦੇਣ, ਸੱਚ ਦਾ ਸਾਥ ਦੇਣ। ਅੱਛਾ, ਹੁਣ ਅਹਿਮ ਸਵਾਲ ਹੈ ਕਿ ਐਸਐਸਪੀ ਜਾਂ ਡੀਐਸਪੀ ਨੇ ਤੁਹਾਨੂੰ ਫੋਨ ਕੀਤੇ ਬਲਕਾਰ ਸਿੰਘ ਸਿੱਧੂ ਦੇ ਕਹਿਣ 'ਤੇ? ਨਾ ਦੇਖੋ, ਉਹਨਾਂ ਨੂੰ ਅਸੀਂ ਉਦੋਂ ਹੀ ਭੇਜਤੀ ਜਿਵੇਂ ਤੁਹਾਨੂੰ ਦਿੱਤੀ ਆਡੀਓ, ਉਹ ਮਿੰਟ 'ਚ ਸਮਝ ਗਏ ਜੀ। ਅਫਸਰ ਬੰਦਾ, ਤਿੱਖੇ ਬੰਦੇ, ਇਹਨੇ ਸ਼ਿਕਾਇਤ ਕੀ ਕਹਿੰਦੇ ਮੌਖਿਕ ਤੌਰ 'ਤੇ ਕੀਤੀ ਬਾਈ ਵੌਇਸ। ਉਹਨਾਂ ਨੂੰ ਅਸੀਂ ਜਿਹਨੇ ਕੋਈ ਮੁਨਸ਼ੀ ਵਗੈਰਾ ਨੂੰ ਅਪਰੋਚ ਕੀਤਾ ਸਾਨੂੰ, ਉਹਦੇ ਕੋਲ ਅਸੀਂ ਆਡੀਓ ਭੇਜਤੀ ਜਿਹੜੀ ਤੁਹਾਨੂੰ ਸੁਣਾਈ ਹੈ ਜੀ। ਉਹ 2 ਮਿੰਟ ਸਾਰੇ ਸਮਝ ਗਏ ਜੀ ਕਿਵੇਂ ਗਪੜੀਆਂ ਮਾਰੀ ਜਾਂਦਾ, ਅਤੇ ਸਾਰੇ ਪਾਸੇ ਇਹ ਵੀ ਕਹੀ ਜਾਂਦਾ ਅੱਗੇ ਯਾਰ ਇਹ ਅੱਗੇ ਬਲਕਾਰ ਸਿੰਘ ਕਹਿੰਦਾ ਯਾਰ ਮੇਰੀ ਬੇਇੱਜ਼ਤੀ ਕਰਾਤੀ। ਇਹਨੂੰ ਪਤਾ ਹੈ ਸਾਰਾ ਕੁਝ, ਸਭ ਬਦਮਾਸ਼ੀ, ਮਤਲਬ ਪੂਰੀ ਬਦਮਾਸ਼ੀ ਸਭ ਨੂੰ ਪਤਾ ਜੀ, ਪਿੰਡ ਵਾਲਿਆਂ ਨੂੰ ਪਤਾ ਜੀ, ਇਹਨੂੰ ਪਤਾ ਜੀ। ਦੇਖੋ ਅਫਸਰ ਵੀ ਮੰਨਦੇ ਆ, ਉਹਨਾਂ ਜਦੋਂ ਕਾਗਜ਼, ਜਿਵੇਂ ਤੁਸੀਂ ਕਿਹਾ ਜਾਂ ਕਾਗਜ਼ ਦਿਖਾਓ, ਅਸੀਂ ਕਾਗਜ਼ ਉਹਨਾਂ ਅੱਗੇ ਪੇਸ਼ ਕਰਦੇ, ਉਹ ਵੀ ਮੰਨਦੇ ਆ ਕਿ ਭਾਈ ਡੇਰਾ, ਕਿਉਂਕਿ ਕਾਗਜ਼ ਤੁਹਾਡੇ ਕੋਲ ਦੇਖੋ ਤੁਸੀਂ ਮੰਨਣਾ ਹੀ ਪਊਗਾ ਫਿਰ। ਲੇਕਿਨ ਇਹ ਹੈ ਕਿ ਤਾਂ ਵੀ ਦਬਾਅ ਥੱਲੇ ਹੈਗੇ ਆ ਜੀ। ਅਸੀਂ ਕਹਿੰਦੇ ਦਬਾਅ ਤੋਂ ਹਟ ਕੇ ਆਮ ਆਦਮੀ ਦੀ ਸਰਕਾਰ ਹੈਗੀ ਹੈ, ਭਗਵੰਤ ਮਾਨ ਜੀ ਸਾਡੇ 'ਤੇ ਮਿਹਰ ਕਰੋ ਜੀ। ਜਿਹੜੇ ਬਦਮਾਸ਼ ਬੰਦੇ, ਭਾਵੇਂ ਇਹਦੇ 'ਚੋਂ ਬਲਕਾਰ ਸਿੰਘ ਸਿੱਧੂ ਹੋਵੇ ਤੁਹਾਡਾ, ਅਤੇ ਭਾਵੇਂ ਦੂਜੇ ਪਿੰਡ ਦੇ ਬੰਦੇ ਗਲਤ ਹੋਣ, ਅਤੇ ਜਾਂ ਮੈਨੂੰ ਹੋਰ ਪਾਸੇ ਧਮਕੀਆਂ ਦੇ ਰਹੇ ਮਹਾਰਾਜ, ਜਾਂ ਤਾਂ ਕੋਈ ਸਿਕਿਉਰਿਟੀ ਕਰੋ, ਪ੍ਰੋਵਾਈਡ ਕਰੋ ਇਹਨਾਂ ਗਲਤ ਬੰਦੇ ਤੇ, ਅਨਸਰਾਂ 'ਤੇ ਤੁਸੀਂ ਐਕਸ਼ਨ ਲਓ। ਅਤੇ ਜੇ ਮੈਨੂੰ ਮਾਰਤਾ ਮਹਾਰਾਜ, ਇਹ ਫਿਰ ਤੁਹਾਡੀ ਕਿਰਪਾ ਹੋਊਗੀ। ਤੁਹਾਨੂੰ ਮਾਰਨਾ, ਆਮ ਆਦਮੀ ਪਾਰਟੀ ਦੇ ਬਲਕਾਰ ਸਿੱਧੂ ਦੀ ਗੱਲ ਕਰਦੇ ਹੋ, ਉਹਨਾਂ ਵੱਲ ਧਮਕੀਆਂ ਆਉਂਦੀਆਂ? ਨਹੀਂ, ਬਲਕਾਰ ਸਿੰਘ ਸਿੱਧੂ ਨੂੰ ਉਦੋਂ ਦਿੱਤੀ ਜਦੋਂ ਬੰਦਿਆਂ ਦੀ ਗੱਲ ਕਰਦਾ। ਹੁਣ ਦੇਖੋ, ਹੁਣ ਜਿਹੋ ਜਿਹਾ ਮੈਨੂੰ ਐਕੁਜ਼ੀਸ਼ਨਸ ਕੀਤੀ, ਹੁਣ ਬੰਦਿਆਂ ਨੂੰ ਕਹੂਗਾ ਓਏ ਜਦੋਂ ਬਾਬਾ ਆਇਆ ਚੱਕ ਦਿਓ ਸੜਾ। ਆਹ ਜੀ ਗੱਲ। ਇਹ ਕੱਲ੍ਹ ਦੇਖੋ ਅੱਜ ਕੱਲ੍ਹ ਸਭ ਤਿੱਖੇ ਹੋ ਗਏ, ਸਭ ਨੂੰ ਪਤਾ ਹੈ ਕਿ ਵੀਡੀਓ ਤੋਂ ਆਡੀਓ ਤੋਂ ਫੜਿਆ ਨਹੀਂ ਜਾਣਾ। ਇਹ ਤਾਂ ਬਲਕਾਰ ਸਿੰਘ ਸਿੱਧੂ ਦੀ ਮੂਰਖਤਾ ਹੈ ਕਿ ਕਾਗਜ਼ 'ਤੇ ਫੜਿਆ ਗਿਆ, ਮਤਲਬ ਆਡੀਓ ਤੋਂ ਫੜਿਆ ਗਿਆ। ਹੁਣ ਤੱਕ ਇਹ ਥਰੂ ਮਿਲਦੇ ਹੀ ਥ੍ਰੈਟ, ਇੱਕ ਥਾਂ ਤੋਂ ਨਹੀਂ 3 ਥਾਂ ਤੋਂ। ਮੇਰੇ ਕੋਲ ਆਏ CID ਵਾਲੇ ਵੀ ਆਏ, ਮੇਰੇ ਕੋਲ ਦੂਜੇ ਵੀ ਆਏ। ਉਹ ਕਹਿੰਦੇ ਤੁਹਾਨੂੰ ਕੀ ਥ੍ਰੈਟ ਹੈ? ਮੈਂ ਕਿਹਾ, ਕਹਿੰਦੇ ਉਹਨਾਂ ਨੇ ਕੋਈ ਉਹ ਬਣਾਈ ਹੁੰਦੀ ਕੈਟੇਗਰੀ ਜੀ, ਅੱਤਵਾਦੀਆਂ ਤੋਂ ਹੈਗਾ, ਹਾਰਡ ਲਾਈਨਰਸ ਤੋਂ ਹੈਗਾ ਜੀ, ਕ੍ਰਿਮੀਨਲਸ ਤੋਂ ਹੈਗਾ, ਭੂ ਮਾਫੀਆ ਤੋਂ ਹੈਗਾ, ਆਮ ਬੰਦਿਆਂ ਤੋਂ ਹੈਗਾ ਜੀ। ਮੈਨੂੰ ਛੱਡ ਕੌਣ ਰਿਹਾ? ਮੇਰੇ ਕੋਲ ਇੱਕ ਬੰਦਾ ਨਹੀਂ ਹੈਗਾ ਜੀ। ਆਹ ਤੁਰਦਾ ਨਾ, ਮੈਂ ਰੱਖਿਆ ਹਥਿਆਰ ਨਾ ਮੈਂ ਰੱਖਣਾ। ਮੈਂ ਨੈਸ਼ਨਲ ਡਿਫੈਂਸ ਅਕੈਡਮੀ 'ਚ ਵੀ ਗਿਆ ਸੀ, ਮੈਂ ਪਾਸ ਆਊਟ ਵੀ ਕੀਤਾ, ਮੈਂ ਆਰਮੀ ਛੱਡਤੀ ਸੀਗੀ। ਮੈਂ ਉਦੋਂ ਦਾ ਜਦੋਂ ਗਿਆ ਸੀ, ਉਦੋਂ ਬਾਅਦ ਮੈਂ ਨਾ ਹਥਿਆਰ ਚੱਕਦਾ, ਨਾ ਮੈਂ ਰੱਖਦਾ, ਨਾ ਮੈਂ ਰੱਖੂੰਗਾ। ਜੇ ਸਿਕਿਉਰਿਟੀ ਦੇਣੀ ਹੈ ਮਹਾਰਾਜ, PM ਸਾਹਿਬ, CM ਸਾਹਿਬ ਦੇ ਦਿਓ, ਨਹੀਂ ਤਾਂ ਜੇ ਸਾਡਾ ਕੋਈ ਕਤਲ ਕਰਾਉਂਦਾ ਤਾਂ ਬਲਕਾਰ ਸਿੰਘ ਸਿੱਧੂ ਜਾਂ ਇਹਦੇ ਬੰਦੇ ਜਾਂ ਦੂਜੇ ਅੱਤਵਾਦੀ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਤੇ ਮੈਂ ਹੋਰ ਕੁਝ ਨਹੀਂ ਮੰਗਦਾ ਕਿ ਮੈਨੂੰ ਜੀਣ ਨੂੰ ਆਰਾਮ ਨਾਲ, ਸਾਨੂੰ ਆਪਦਾ ਜਿਹੜਾ ਧਰਮ ਪ੍ਰਚਾਰ ਕਰਨ ਦਿਓ ਜੀ। ਅਸੀਂ ਤੁਹਾਡੇ ਤੋਂ ਕੱਖ ਨਹੀਂ ਮੰਗਦੇ, ਸਾਡੇ ਕਿਉਂ ਡਾਕਾ ਮਾਰੀ ਜਾਂਦੇ ਹੋ? ਅਸੀਂ ਕੀ ਮੰਗਦੇ ਹਾਂ ਤੁਹਾਡੇ ਤੋਂ? ਕੁਝ ਨਹੀਂ ਮੰਗਦੇ ਇਹਨਾਂ ਤੋਂ, ਬਲਕਾਰ ਸਿੰਘ ਸਿੱਧੂ ਤੋਂ ਅਸੀਂ ਕੀ ਮੰਗਦੇ? ਇਹ ਇੰਟਰਫੇਅਰ ਕਰਕੇ ਕਿ ਵੀ ਅਫਸਰਾਂ ਦੇ ਦਬਾਅ ਪਾਈ ਬੈਠੇ ਨਾ ਜੀ। ਹੁਣ ਅਫਸਰ ਦੱਸੋ, ਇੰਨੀ ਦੇਰ ਜਿਵੇਂ 5 ਕਿੱਲੇ 12.5 ਕਿੱਲੇ ਨੇ ਵਾਹੀ, ਉਹਦੇ ਉੱਤੇ ਵਾਹਤੀ। ਉਹ ਭਾਈ ਜੋ ਡੇਰੇ ਦੀ ਜ਼ਮੀਨ ਹੈ, ਸਾਡਾ ਬੰਦਾ ਵਾਹ ਰਿਹਾ, ਸੀਰਾ ਬੈਠਾ ਤੇ ਜਗਸੀਰ ਦਾ ਨਾਂ, ਅਤੇ ਤੁਸੀਂ ਭਾਈ ਉੱਤੋਂ ਆ ਕੇ ਜਿਹਨੇ ਵਾਹਤੀ ਉਹਨਾਂ ਨੂੰ ਫੜਦੇ ਕਿਉਂ, ਕੇਸ ਕਿਉਂ ਨਹੀਂ ਕਰਦੇ ਜੀ? ਉਹ ਕਾਗਜ਼ ਪੇਸ਼ ਕਰੀ ਜਾਂਦੇ ਝੂਠੇ, ਅਤੇ ਤੁਸੀਂ 420 ਦਾ ਕਿਉਂ ਨਹੀਂ ਕਰਦੇ? ਦੇਖੋ ਇਨਕੁਆਇਰੀਆਂ ਚੱਲ ਰਹੀਆਂ ਹੋਣਗੀਆਂ। ਮੈਂ ਅਫਸਰਾਂ ਨੂੰ ਐ ਨਹੀਂ ਕਹਿਣਾ ਕਿ ਅਫਸਰ ਮਾੜੇ ਹੈਗੇ, ਪਰ ਭਾਈ ਤੇ ਜੇ ਤੁਸੀਂ ਇਹਨਾਂ ਦਾ ਸਾਥ ਦਿਓਗੇ ਫਿਰ ਤਾਂ ਤੁਸੀਂ ਚੰਗੇ ਹੈ। ਤੁਸੀਂ ਸਿਕਿਉਰਿਟੀ ਮੰਗਦੇ ਹੋ ਵੀ ਤੁਹਾਨੂੰ ਥ੍ਰੈਟ ਵੀ ਆਉਂਦੇ ਨੇ, ਉਹ ਖਤਰਾ MLA ਸਾਹਿਬ ਕੋਲੋਂ ਹੈਗਾ, ਬਲਕਾਰ ਸਿੱਧੂ ਕੋਲ, ਜੋ ਤੁਸੀਂ ਕਹਿ ਦਿਓ? ਬਿਲਕੁਲ ਹੈਗਾ ਜੀ, ਉਹਦੇ ਤੋਂ 100% ਉਹਦੇ ਤੋਂ ਵੀ ਹੈ। ਬਾਕੀ ਇਕੱਲੇ ਇਹ ਨਹੀਂ ਹੈਗਾ ਨਾ ਜੀ, ਇਕੱਲੇ ਬਲਕਾਰ ਸਿੱਧੂ ਦੁਨੀਆ ਦਾ ਬੰਦਿਆਂ ਤੋਂ ਵੀ ਹੈ ਨਾ ਜੀ। ਦੇਖੋ ਐਂ ਹੁੰਦਾ, ਤੇ ਜਿਹੜੇ ਤਿੱਖੇ ਹੁੰਦੇ ਬੰਦੇ, ਉਹਨੇ ਸਿੱਧਾ ਤਾਂ ਡਾਇਰੈਕਟ ਆਪ ਤਾਂ ਕਰੂਗਾ ਨਹੀਂ, ਆ ਕੇ ਮੇਰੇ 'ਤੇ ਅਟੈਕ ਕਰਦੇ। ਤਾਂ ਮੈਂ ਵੀ ਕੋਈ ਇਹੋ ਜਿਹਾ, ਤੁਸੀਂ ਲਿਖਿਆ ਚਿੱਠੀ ਵਿੱਚ ਵੀ ਬਲਕਾਰ ਸਿੰਘ ਸਿੱਧੂ ਖਤਰਾ, ਭਗਵੰਤ ਮਾਨ ਚਿੱਠੀ ਲਿਖੀ? ਬਿਲਕੁਲ ਮੈਂ ਉਹਦੇ 'ਚ ਲਿਖਿਆ ਕਿ ਨਾ ਈਮੇਲ ਪਾਈ ਸੀ ਜੀ ਇਹਨਾਂ ਨੂੰ, ਉਹਦੇ 'ਚ ਲਿਖਿਆ ਜੀ। ਅਤੇ ਜਿਹੜੀ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਲਿਖੀ ਹੈ, ਹੁਣ ਉਹਨਾਂ ਨੇ ਮੇਰੇ ਕੋਲ ਆਏ ਇਨਕੁਆਇਰੀ ਕਰਨਾ, ਉਹਦੇ 'ਚ ਲਿਖਤਾ ਜੀ ਕਿ ਇਹਨਾਂ ਥ੍ਰੈਟ ਹੈਗਾ ਮੈਨੂੰ ਜੀ। ਜਿਹੜੀ ਮੈਨੂੰ ਇੱਥੋਂ ਆਏ CID ਵਾਲੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਦੱਸਤਾ ਜੀ ਸਾਰਾ। ਲੁਕਾਇਆ ਕੁਛ ਨਹੀਂ ਹੈ ਜੀ, ਸਾਹਮਣੇ ਬੈਠੇ ਆ, ਐਂ ਤੁਰਾਂਗੇ। ਦੁੱਕੀ ਮੈਂ ਡੱਕਾ ਵੀ ਲੈ ਕੇ ਨਹੀਂ ਤੁਰਦਾ ਜੀ, ਮੈਂ ਤਾਂ ਰੱਬ ਦਾ ਨਾਂ ਲੈ ਕੇ ਤੁਰਦਾ ਜੀ। ਕੱਲ੍ਹ ਨੂੰ ਰੱਬ ਨਾ ਕਰੇ ਤੁਹਾਡੇ 'ਤੇ ਅਟੈਕ ਹੁੰਦਾ ਹੈ ਜਾਂ ਤੁਹਾਡੀ ਮੌਤ ਹੋ ਜਾਂਦੀ ਹੈ, ਉਹਦਾ ਜ਼ਿੰਮੇਵਾਰ ਕੌਣ ਹੈ? ਬਲਕਾਰ ਸਿੰਘ ਸਿੱਧੂ ਅਤੇ ਸੈਂਟਰ ਐਂਡ ਪੰਜਾਬ ਸਰਕਾਰ ਜੀ, ਕਿਉਂਕਿ ਹੋਰ ਤੁਸੀਂ ਦੇਣੀ ਹੈ ਸਿਕਿਉਰਿਟੀ ਜੀ। ਮੇਰੇ ਕੋਲ ਦੇਖੋ, ਮੈਂ ਤਾਂ ਹੈ ਨਹੀਂ, ਮੇਰੇ ਕੋਲ ਤਾਂ ਆ ਗੱਲ ਆਹ ਹੈਗਾ, ਝੋਲੀ ਫੜਾਉਣੇ ਲਿਆਓ ਜੀ, ਸਾਡੇ ਇੰਟਰਫੇਅਰ ਨਾ ਕਰੋ ਜੀ, ਸਾਡੇ ਧਾਰਮਿਕ ਅਦਾਰੇ ਨੂੰ ਤੁਸੀਂ ਮਾफ़ ਕਰੋ ਜੀ। ਬਲਕਾਰ ਸਿੰਘ ਸਿੱਧੂ ਤੁਸੀਂ ਵੀ ਮਾफ़ ਕਰੋ ਜੀ। CM ਸਾਹਿਬ ਇਹਨਾਂ 'ਤੇ ਐਕਸ਼ਨ ਲਓ ਜੀ। ਪ੍ਰਾਈਮ ਮਿਨਿਸਟਰ ਸਾਹਿਬ, ਮੈਂ ਤੁਹਾਨੂੰ ਵੀ ਲਿਖੂੰਗਾ, ਲਿਖ ਚੁੱਕਿਆ ਮੈਂ ਜੀ, ਇਹ ਗੱਲ ਨਹੀਂ, ਪ੍ਰਾਈਮ ਮਿਨਿਸਟਰ ਸਾਹਿਬ ਨੂੰ ਲਿਖੀ ਹੈ, ਥ੍ਰੈਟ ਟੂ ਮਾਈ ਲਾਈਫ
ਇਨ ਦਾ ਰਿਪਲਾਈ ਦੈਟ ਦੇ ਆਸਕ ਫॉर ਆਈ ਗਿਵ ਆਨਸਰ ਆਲਸੋ। ਸਾਰਾ ਉਹ ਦੱਸਿਆ ਤਿੰਨੇ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਹੁਣ ਇਹ ਤਾਂ ਤੁਹਾਡੇ ਫੋਨ ਦੇ ਅੱਗੇ ਕੀਤੀਆਂ ਹੈਗੀਆਂ, ਇਹੀ ਚੀਜ਼ਾਂ ਉਹਨਾਂ ਨੂੰ ਵੀ ਦਿੱਤੀਆਂ ਸੀਐਮ ਪ੍ਰਾਈਮ ਮਿਨਿਸਟਰ ਸਾਹਿਬ ਨੂੰ। ਦੇਖੋ ਹੋ ਸਕਦਾ ਦੇ ਦੇਣ, ਔਖਾ ਨਾ ਦੇਣ। ਜੇ ਤੁਰ ਗਿਆ ਸਾਡੇ ਵਰਗਾ ਜਥੇਦਾਰ ਸਾਹਿਬ ਦੇ ਤਾਂ ਪਿੱਛੇ ਭੱਜੀ ਫਿਰਦਾ ਸਿਕਿਉਰਿਟੀ ਲਓ ਜੀ, ਸਾਡੀ ਸਿਕਿਉਰਿਟੀ ਲਿਖ ਕੇ ਵਿਡਰਾ ਕਰਕੇ ਮੋਕ ਲੱਗੀ ਇਹਨਾਂ ਸਾਰਿਆਂ ਦੀ। ਸਾਨੂੰ ਅਸੀਂ ਉਹਨਾਂ ਦੇ ਬਰਾਬਰ ਹੈ ਜੀ, ਉਹਦਾ ਪੁੱਛ ਲਓ। ਜੇ ਮਹਾਮੰਡਲੇਸ਼ਵਰ ਦਾ ਜੀ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ, ਤਾਂ ਇਹ ਸਭ ਨਾਲੋਂ ਵੱਡਾ ਸਾਧੂ ਸੰਤਾਂ ਦੇ ਵਿੱਚ ਉਹਦਾ ਹੁੰਦਾ ਜੀ। ਜੇ ਤੁਸੀਂ ਮੈਨੂੰ ਕੋਈ ਮਾਰ ਜਾਂਦਾ ਤਾਂ ਮਹਾਰਾਜ ਫਿਰ ਜ਼ਿੰਮੇਵਾਰੀ ਦੱਸੋ ਕਿਹਦੀ ਹੋਊਗੀ? ਰੱਬ ਦੀ ਤਾਂ ਹੈ ਨਹੀਂ ਜੀ, ਤੁਹਾਡੀ ਹੈ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਇਹ ਮਸਲਾ ਹੈਗਾ ਬਲਕਾਰ ਸਿੰਘ ਸਿੱਧੂ ਨਾਲ ਜੁੜਿਆ ਹੋਇਆ, ਕਿਉਂਕਿ ਇੱਕ ਆਡੀਓ ਵਾਇਰਲ ਹੁੰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਦਿਖਾ ਵੀ ਦਿੰਦੇ ਕਿ ਇਹ ਇਸ਼ਰਦਾਸ ਸਿੰਘ ਜੀ ਨੇ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਕਹਿ ਰਹੇ ਨੇ ਕਿ ਮਸਲਾ ਹੱਲ ਕੀਤਾ ਜਾਵੇ। ਮਸਲਾ ਹੱਲ ਕਰਵਾਉਣ ਵਾਸਤੇ ਅੱਜ ਮੀਡੀਆ ਸਾਹਮਣੇ ਆਏ ਨੇ। ਪਿੰਡ ਜਲਾਲ ਵਿੱਚ ਇੱਕ ਡੇਰਾ ਬਣਿਆ ਹੋਇਆ, ਜਿਸ ਵਿੱਚ 36.5 ਏਕੜ ਜ਼ਮੀਨ ਦਾ ਮਸਲਾ, ਜਿਸ ਨੂੰ ਲੈ ਕੇ ਬਲਕਾਰ ਸਿੰਘ ਸਿੱਧੂ ਤੇ ਈਸ਼ਰ ਸਿੰਘ ਆਮਨੇ ਸਾਹਮਣੇ ਹੋ ਗਏ ਸਨ। ਕੋਰਟ ਦਾ ਫੈਸਲਾ ਜੋ ਇਹਨਾਂ ਦੇ ਹੱਕ ਦੇ ਵਿੱਚ ਹੈਗਾ, ਉਸ ਤੋਂ ਬਾਵਜੂਦ ਵੀ ਕਹਿ ਦੇਣ ਕਿ ਜ਼ਮੀਨ ਕੋਈ ਨਾ ਕੋਈ ਸ਼ਖਸ ਆ ਜਾਂਦਾ ਵਾਹੁਣ ਵਾਸਤੇ, ਪਰ ਜ਼ਮੀਨ ਨਹੀਂ ਛੱਡਣਗੇ। ਡੇਰੇ ਦੇ ਨਾਂ ਦੇ ਉੱਤੇ ਜ਼ਮੀਨ ਹੈ। ਹਾਂਜੀ ਪੀਏ ਸਾਹਿਬ ਬੋਲ ਰਹੇ ਹੋ ਤੁਸੀਂ ਬਲਕਾਰ ਸਿੰਘ ਸਿੱਧੂ ਦੇ? ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਗੱਲ ਕਰ ਰਹੇ? ਮੈਂ ਡਾਕਟਰ ਈਸ਼ਰਦਾਸ ਸਿੰਘ ਸਿੱਧੂ ਗੱਲ ਕਰ ਰਿਹਾ। ਕੱਲ ਆਪਣੀ ਗੱਲ ਹੋਈ ਸੀਗੀ ਉਹ ਡੇਰੇ ਵਾਲੀ ਜਲਾਲ ਵਾਲੀ। ਹਾਂਜੀ ਸਰ। ਯਾਰ ਕਾਕਾ ਐਂ ਕਰੋ, ਜਾਂ ਤਾਂ ਮੈਨੂੰ 1-2 ਮਿੰਟ ਦੇ ਦਿਓ, ਮੈਂ ਤੁਹਾਨੂੰ ਸਮਝਾ ਦਿੰਦਾ, ਫਿਰ ਆਪਾਂ ਮਿਲ ਲਾਂਗੇ। ਹੋਲਡ ਰੱਖਿਓ ਸਰ 1 ਮਿੰਟ, ਠੀਕ ਹੈ ਜੀ, ਮੈਂ ਕਰਵਾਉਣਾ। ਓਕੇ। ਹੈਲੋ। ਹਾਂਜੀ ਐਮਐਲ ਸਾਹਿਬ ਗੱਲ ਕਰ ਰਹੇ? ਹਾਂਜੀ। ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਈਸ਼ਰਦਾਸ ਸਿੰਘ ਸਿੱਧੂ ਬੋਲ ਰਿਹਾ ਜੀ। ਹਾਂਜੀ ਮੇਰੇ ਕੋਲੇ ਜਿਹੜੀ ਜਲਾਲ ਡੇਰੇ ਦੀ ਮੰਤੀ ਮੇਰੇ ਕੋਲ ਹੈਗੀ ਹੈ ਜੀ। ਆਪਾਂ ਮੇਰੇ ਖਿਆਲ ਚ ਮਿਲ ਲਈਏ ਜੀ, ਐਵੇਂ ਗੱਲ ਨਾ ਵਧੇ ਕਿਸੇ ਪਾਸੇ। ਤੁਹਾਡੇ ਨਾਲ ਬੈਠ ਕੇ ਕਿਹਦੀ ਗੱਲ ਕਰ ਰਹੇ ਤੁਸੀਂ? ਜਲਾਲ ਡੇਰੇ ਦੀ ਜੀ, ਜਿਹੜੀ ਆਪਣੀ ਜ਼ਮੀਨ ਦੀ। ਜਲਾਲ ਡੇਰਾ ਕਿਹੜਾ? ਇੱਕੋ ਹੀ ਹੈ ਜੀ, ਜਿਹੜਾ ਵੱਡਾ ਸਾਡਾ ਨਿਰਮਲਾ ਡੇਰਾ, ਜਿਹੜਾ ਅਸੀਂ ਸੁਪਰੀਮ ਕੋਰਟ ਤੋਂ ਮੇਰੇ ਤਾਂ 3 ਉੱਥੇ ਜੀ। ਡੇਰੇ 3 ਤੁਸੀਂ ਮੈਨੂੰ ਕਾਹਦਾ ਫੋਨ ਕਰ? ਮੇਰਾ ਉੱਥੇ ਕੀ ਆ? ਮੈਨੂੰ ਕਿਉਂ ਫੋਨ ਕੀਤਾ? ਨਹੀਂ ਤੁਸੀਂ ਸਾਡੇ ਬੰਦੇ ਤੁਹਾਨੂੰ ਮਿਲ ਕੇ ਗਏ ਸੀ ਜੀ। ਮੈਂ 1 ਮਿੰਟ ਮੇਰੀ ਗੱਲ ਥੋੜੀ ਸੁਣ ਲਓ 1 ਮਿੰਟ ਜੀ, ਜੇ ਅਰਜ਼ ਹੈਗੀ ਤੁਹਾਡੇ ਕੋਲੇ। ਹਾਂ। ਤੇ ਜਲਾਲ ਦਾ ਡੇਰਾ, ਨਿਰਮਲਾ ਡੇਰਾ, ਤੁਹਾਨੂੰ ਸਾਰੇ ਕਾਗਜ਼ ਵੀ ਦੇ ਗਏ ਸੀ, ਸਾਡੇ ਬੰਦੇ ਤੁਹਾਨੂੰ ਮਿਲ ਕੇ ਵੀ ਗਏ ਸੀ। ਸਰ ਕਾਗਜ਼ ਮੈਂ ਕਿਹੜਾ ਵਕੀਲ ਆ? ਮੇਰੀ ਗੱਲ ਤੋਂ ਡਾਕਟਰ ਸਾਹਿਬ, ਨਾ ਮੈਂ ਵਕੀਲ ਆ, ਨਾ ਮੇਰਾ ਕੋਈ ਉੱਥੇ ਪਾਵਰ ਆ, ਠੀਕ ਹੈ ਨਾ। ਉੱਥੇ ਜਲਾਲ ਦਾ ਡੇਰਾ, ਪਿੰਡ ਵਾਲਾ ਨਾ ਕੋਈ ਪ੍ਰੋਬਲਮ ਹੋਊ ਤੇ ਤੁਸੀਂ ਬੈਠ ਕੇ ਸੋਲਵ ਕਰ ਲਓ। ਪਿੰਡ ਵਾਲਿਆਂ ਨਾਲ ਨਹੀਂ ਹੈਗੀ ਪ੍ਰੋਬਲਮ ਜੀ। ਮੈਂ ਸੁਪਰੀਮ ਕੋਰਟ ਤੁਹਾਡੇ ਨਾਲ ਹੈ ਜੀ, ਮੁੱਦਾ ਤੁਹਾਡੇ ਨਾਲ ਹੈਗਾ, ਕਿਉਂਕਿ ਤੁਸੀਂ ਮੇਰਾ ਮੁੱਦਾ ਤੁਸੀਂ ਜੀ ਜਾ ਕੇ ਡੀਐਸਪੀ ਨੂੰ ਤਾਂ ਐਸਐਚਓ ਨੂੰ ਫੋਨ ਲਾਤਾ ਕਿ ਭਾਈ ਇਹ ਕੰਮ ਨਹੀਂ ਕਰਨਾ ਹੈਗਾ। ਮੈਂ ਕਦੋਂ ਲਾਇਆ ਫੋਨ? ਪਿੰਡ ਦਾ ਮਸਲਾ ਜੀ, ਉੱਥੇ ਜਾ ਕੇ ਲੜਾਈ ਹੋ ਜਾਂਦੀ ਤੇ ਇਕੱਠ ਹੋਏ। ਮੈਂ ਆਖਿਆ ਭਾਈ ਟਿਕਾਓ ਜਾ ਕੇ। ਨਹੀਂ ਟਿਕਾਓ ਤਾਂ ਤੁਹਾਡੇ ਨਾਲ ਆ ਕੇ ਮਿਲ ਕੇ ਗੱਲ ਕਰ ਲੈਂਦੇ ਆ ਜੀ। ਤੁਸੀਂ ਦੱਸੋ। ਮੈਂ ਦੇਖੋ ਜੀ, ਹਾਂਜੀ ਦੱਸੋ ਜੀ, ਦੱਸੋ। ਦੇਖੋ ਪਿੰਡ ਦਾ ਜਿਹੜਾ ਮਸਲਾ, ਮੈਨੂੰ ਤਾਂ ਇਹ ਨਹੀਂ ਪਤਾ। ਮੈਂ ਤਾਂ ਪਹਿਲੀ ਗੱਲ ਤਾਂ ਇਲਾਕਾ ਹੀ ਹੁਣ ਨਵਾਂ 3 ਮਹੀਨੇ ਦਾ ਮੈਂ ਬੜਿਆ ਇੱਥੇ, ਮੈਨੂੰ ਪਤਾ ਹੀ ਨਹੀਂ ਕੀ ਆ। ਤੁਸੀਂ ਜ਼ਮੀਨ ਦਾ ਰੌਲਾ ਕਾਉਂਦਾ ਹੈ? ਨਹੀਂ ਤੁਸੀਂ ਆਰਟਿਸਟ ਹੈਗੇ, ਤੁਹਾਡੀ ਕਈ ਗੱਲਾਂ ਤੁਸੀਂ ਬਹੁਤ ਦੂਰ ਰਹੇ ਉਹਨਾਂ ਗੱਲਾਂ ਚੋਂ, ਸਮਝ ਆ ਗਈ, ਆਪ ਸਮਝ ਆਉਂਦੀ। ਨਹੀਂ ਮੈਂ ਪੋਲੀਟੀਕਲ ਬੰਦਾ ਹੋਵਾਂ ਤਾਂ ਮੈਂ ਤਾਂ ਹੁਣ ਨਵਾਂ ਆਇਆ ਇੱਥੇ ਪਿੰਡਾਂ 'ਚ, ਮੈਨੂੰ ਕੀ ਪਤਾ ਕੀ ਹੈ ਰੌਲਾ। ਜ਼ਮੀਨਾਂ ਤਾਂ ਪੁਰਾਣਾ ਚੱਲਦਾ ਹੋ ਕੋਈ? ਹਾਂਜੀ ਨਹੀਂ ਬੜੇ ਸਾਲਾਂ ਪਤਾ ਕੀ ਜੀ, ਮੈਂ 2011 ਜਿੱਤ ਗਿਆ ਜੀ, ਤੁਹਾਨੂੰ ਬੰਦੇ ਮਿਲ ਕੇ ਆ। ਸੁਪਰੀਮ ਕੋਰਟ ਦਾ ਹੁਣ ਗੱਲ ਇਹ ਆਉਂਦੀ ਹੈ ਜੀ, ਇਹ ਕਹਿੰਦੇ ਕਿ ਵੀ ਐਮਐਲਏ ਸਾਹਿਬ ਵਿੱਚ ਇੰਟਰਫੇਅਰ ਕਰ ਰਹੇ ਹੈਗੇ। ਤੁਸੀਂ ਜੇ ਤੁਹਾਡੀ ਇੰਟਰਫੇਅਰ ਦੱਸ ਦਿਓ ਕਿ ਹੈਗੀ ਹੈ ਕਿ ਨਹੀਂ ਹੈਗੀ, ਆਹ ਦੱਸ ਦਿਓ ਸਾਨੂੰ। ਤੁਸੀਂ ਮੇਰੀ ਗੱਲ ਹੋ, ਤੁਸੀਂ ਮੈਨੂੰ ਕਿਵੇਂ ਪੁੱਛ ਸਕਦੇ ਹੋ? ਤੁਸੀਂ ਫੋਨ ਤੇ ਇਹ ਗੱਲ ਪੁੱਛ ਸਕਦੇ ਹੋ ਇੰਟਰਫੇਅਰ ਹਾਂ? ਤੁਸੀਂ ਮੇਰੇ ਤੇ ਕੋਈ ਪ੍ਰਭਾਵ ਛੱਡਣਾ ਚਾਹੁੰਦੇ, ਕਾਊਂਟਰ ਲੈ ਕੇ ਆਓ। ਤੁਸੀਂ ਮੈਨੂੰ ਕੀ ਪੁੱਛ ਸਕਦੇ ਹੋ? ਨਹੀਂ ਤੁਹਾਨੂੰ, ਕਿਉਂਕਿ ਤੁਸੀਂ ਤੁਹਾਡੇ ਕੋਲ ਹੈਗਾ ਹੈ ਪਾਵਰ, ਹੈਗੀ ਤੁਹਾਡੇ ਕੋਲ ਪੁੱਛਣ ਦੀ ਵੀ ਮੈਂ ਇੰਟਰਫੇਅਰ ਕਰਾਂ ਨਾ ਕਰਾਂ? ਕੌਣ ਉਹਨੇ ਪੁੱਛਣਾ? ਬਿਲਕੁਲ ਜੀ, ਮੈਂ ਵੋਟਰ ਹੈਗਾ ਜੀ ਪੰਜਾਬ ਦਾ, ਪੁੱਛ ਸਕਦਾ ਜੀ ਤੁਹਾਨੂੰ। ਮੈਂ ਮੰਤ ਹੈਗਾ ਜੀ, ਮੈਂ ਤਾਂ ਹਿੰਦੁਸਤਾਨ ਦਾ ਰਹਿਣ ਵਾਲਾ ਹੈਗਾ, ਤੁਹਾਡੇ ਕੋਲ ਕਿਉਂ ਨਹੀਂ ਪੁੱਛ ਸਕਦਾ ਜੀ? ਨਹੀਂ ਇਹ ਤੁਸੀਂ ਤਾਂ ਹੁਕਮ ਕਰ ਦਿਓ, ਮਾਰ ਦਿਓ, ਆ ਕਰ ਦਿਓ। ਮੈਨੂੰ ਮੇਰੀ ਗੱਲ ਸੁਣੋ, ਤੁਹਾਨੂੰ ਮੈਂ ਬੇਨਤੀ ਕਰ ਰਿਹਾ ਜੀ, ਫੋਨ ਕਰ, ਤੁਸੀਂ ਧਮਕੀ ਦੇ ਲਿਓ। ਬੇਨਤੀ ਕਰ ਰਿਹਾ ਜੀ, ਬੇਨਤੀ ਕਰ ਰਿਹਾ ਜੀ, ਬੇਨਤੀ ਕਰ ਰਿਹਾ। 15 ਮਿੰਟ ਹੋ ਗਏ ਤੁਹਾਨੂੰ, 10 ਮਿੰਟ ਹੋ ਗਏ, ਹੁਣ ਧਮਕੀ ਦੇ ਦਿਓ, ਠੀਕ ਹੈ? ਬੇਨਤੀ ਕਰ ਰਿਹਾ, ਕਿਹੜੀ ਧਮਕੀ? ਮੈਂ ਤੁਹਾਨੂੰ ਜਾਣਦਾ ਨਹੀਂ, ਮੈਂ ਤੁਹਾਨੂੰ ਜਾਣਦਾ ਜੀ। ਕੱਲ ਦੇ ਤੁਸੀਂ ਪਰਸੋਂ ਨੂੰ ਧਮਕੀ ਦੇ ਰਹੇ ਹੋ। ਪਹਿਲਾਂ ਧਮਕੀ ਦਿੱਤੀ ਹੈ ਜੀ ਤੁਹਾਨੂੰ ਮੈਂ? ਦੇਖੋ ਜੀ ਤੁਸੀਂ 15-16 ਫੋਨ ਆ ਗਏ ਤੁਹਾਡੇ ਕੱਲ ਦੇ। ਪਹਿਲਾਂ ਸਾਡੇ ਪੀਏ ਨੂੰ ਧਮਕੀ ਦਿੱਤੀ ਸੀ ਕੋਰਟ ਜਾਣਾ। ਬਿਲਕੁਲ ਜਾਊਂਗਾ ਜੀ ਕੋਰਟ ਚ, ਜੇ ਤੁਸੀਂ ਇੰਟਰਫੇਅਰ ਕਰੋਗੇ ਜੀ ਜਾਊਂਗਾ ਕੋਰਟ ਚ ਜੀ। ਮੈਂ ਕੋਰਟ ਚ ਮੇਰੇ ਲਈ ਕੀ ਜਾਵੜੋਗੇ ਤੁਸੀਂ ਕੋਰਟ ਤੇ? ਮੈਂ ਕਹਿੰਦਾ ਐਸਐਸਪੀ ਨੂੰ ਵੀ ਫੋਨ ਕਰਦਾ ਹਾਂ, ਪਤਾ ਨਹੀਂ ਕੌਣ ਹੈ। ਤੁਸੀਂ ਸੁਪਰੀਮ ਕੋਰਟ ਦੇਖੋ ਜੀ, ਮੈਂ ਤੁਹਾਡਾ ਬੰਦਾ ਕੌਣ ਹੈ? ਮੈਨੂੰ ਧਮਕੀ ਦੇ ਰਿਹਾ, ਕੌਣ ਹੈ ਬੰਦਾ? ਮੈਨੂੰ ਮਰਵਾਏਗਾ ਤੂੰ? ਮੈਂ ਕਿਹੜੀ ਧਮਕੀ ਫਿਰਦਾ ਮੈਨੂੰ? ਕਿਹੜੀ ਧਮਕੀ ਦਿੱਤੀ ਹੈ ਜੀ? ਮੈਂ
ਉਹ ਵੀ ਦਿੱਤੀ ਆ 15 ਮਿੰਟ ਮਰਵਾਉਣ ਨੂੰ ਫਿਰ ਦਿੱਤੀ ਹੈ ਜੀ, ਕਿਹੜੀ ਧਮਕੀ? ਤੂੰ ਮਰਵਾਏਗਾ ਮੈਨੂੰ, ਤੂੰ ਮਰਵਾਏਗਾ ਮੈਨੂੰ? ਉਹ ਕਿਹੜੀ ਗੱਲਾਂ ਕਰੀ ਜਾਂਦਾ ਜੀ ਫਾਲਤੂ? ਤੁਸੀਂ ਇਹਦਾ ਬਦਮਾਸ਼ੀ ਕਰ ਰਹੇ ਹੋ। ਤੁਸੀਂ ਕਹਿੰਦੇ ਮਰਵਾਏਗਾ ਮੈਨੂੰ ਹੈ? ਮੈਂ ਕਦੋਂ ਕਿਹਾ ਜੀ? ਮੈਂ ਹੁਣੀ ਨੰਬਰ ਦੇਣਾ ਮੈਂ ਡੀਜੀਪੀ ਕੋਲ ਚਲਾ ਜਾਊਂਗਾ ਜੀ, ਮੈਂ ਭਗਵੰਤ ਮਾਨ ਜੀ ਕੋਲ ਜਾਊਂਗਾ, ਚੀਫ ਮਿਨਿਸਟਰ ਜੇ ਤੁਸੀਂ ਯਾਰ ਮੈਨੂੰ ਕਿਵੇਂ ਕਿ ਮੈਨੂੰ ਤਾਂ ਜਾਣਕਾਰੀ ਕਰਦਾ ਨਹੀਂ ਤੈਨੂੰ। ਮੈਂ ਚੀਫ ਮਿਨਿਸਟਰ ਕੋਲ ਜਾਊਂਗਾ, ਤੁਸੀਂ ਮੈਨੂੰ ਗਲਤ ਬੋਲ ਰਹੇ ਹੋ। ਤੁਸੀਂ ਮੈਨੂੰ ਧਮਕੀਆਂ ਮਾਰੀ ਜਾਂਦੇ ਕਿ ਮੈਂ ਬਿਲਕੁਲ ਗਲਤ ਬੋਲ ਰਿਹਾ। ਮੈਂ ਤੁਹਾਨੂੰ ਕਦੋਂ ਧਮਕੀ ਦਿੱਤੀ ਹੈ? ਮੈਂ ਤੁਹਾਡੇ ਤਮੀਜ਼ ਨਾਲ ਗੱਲ ਕਰ ਰਿਹਾ। ਬੋਲੀ ਤੇ ਜਾਣਾ ਹੁਣ ਤੂੰ। ਮੈਂ ਚੀਫ ਮਿਨਿਸਟਰ ਕੋਲ ਜਾਊਂਗਾ ਜੀ, ਮੈਂ ਮਿਲ ਕੇ ਆਊਂਗਾ, ਨਾਲੇ ਤੁਹਾਡੀ ਸ਼ਿਕਾਇਤ ਕਰੂੰਗਾ ਜੀ। ਮੇਰੀ ਕਾਹਦੀ ਸ਼ਿਕਾਇਤ ਕਰੇਗਾ ਤੂੰ ਧਮਕੀਆਂ ਦੇਈ ਜਾਂਦਾ ਮੈਨੂੰ, ਧਮਕੀਆਂ ਮਾਰੇ ਜਾਂਦਾ। ਤੁਹਾਡੇ ਤਾਂ ਦਬਦੇ ਅਸੀਂ ਸੰਤ ਹੈਗੇ ਜੀ, ਸਾਨੂੰ ਤੁਸੀਂ ਗਲਤ ਬੋਲੀ ਜਾ। ਸਾਡਾ ਤੁਸੀਂ ਜ਼ਮੀਨ ਦਬਨ ਨੂੰ ਫਿਰਦੇ ਹੋ। ਉਹਨਾਂ ਨੂੰ ਐਸਐਚਓ ਨੂੰ ਫੋਨ ਕੀਤਾ, ਤੁਸੀਂ ਡੀਐਸਪੀ ਨੂੰ ਫੋਨ ਕੀਤਾ, ਜਿਹੜਾ ਬੂਟਾ ਤੇਰੀ ਵਾਰ ਰਿਕਾਰਡਿੰਗ ਕਰ ਰਿਹਾ, ਸਾਰੀ ਗੱਲ ਦੀ ਰਿਕਾਰਡਿੰਗ ਹੈ ਮੇਰੇ ਕੋਲ। ਬੋਲ ਕੋਈ ਗੱਲ ਨਹੀਂ, ਬੋਲ ਕੋਈ ਗੱਲ ਨਹੀਂ, ਮੇਰੇ ਕੋਲ ਹੈਗੀ ਜੀ। ਮੈਂ ਜਾਊਂਗਾ ਚੀਫ ਮਿਨਿਸਟਰ ਬੋਲ ਮੈਂ ਚੀਫ ਮਿਨਿਸਟਰ ਸਾਹਿਬ ਕੋਲ ਜਾਊਂਗਾ ਜੀ, ਤੁਹਾਡੀ ਸ਼ਿਕਾਇਤ। ਜਾਓ ਜੀ, ਜਾਓ। ਥੈਂਕ ਯੂ ਜੀ। ਓਕੇ, ਮੈਂ ਕਰਦਾ ਗੱਲ। ਥੈਂਕ ਯੂ ਜੀ।